हाँ जी, सत श्री अकाल। मैं कुलदीप ਸਿੰਘ ਸਿੱਧੂ ਤੇ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਐਨਬੀਐਸ ਦੇ ਕੰਪਿਊਟਰ ਦੇ ਪੁਰਾਣੇ ਕੁਐਸਚਨ। ਠੀਕ ਹੈ, 10 ਤੋਂ 15 ਨੰਬਰ ਕਹਿ ਲਓ, 10-12 ਨੰਬਰ ਦਾ ਪੇਪਰ ਹੈ ਜਿਹੜਾ ਕੰਪਿਊਟਰ ਦਾ ਪੋਰਸ਼ਨ ਆਉਂਦਾ ਹੈ। ਸੋ ਉਹਦੇ ਆਪਾਂ ਪੁਰਾਣੇ ਕੁਐਸਚਨ ਡਿਸਕਸ ਕਰਾਂਗੇ। ਪਹਿਲਾਂ ਆਪਾਂ 2019 ਦੇ ਵਿੱਚ ਇਹ ਪੇਪਰ ਹੋਇਆ ਸੀ ਐਨਬੀਐਸ ਦਾ। ਸੋ ਉਹਦੇ ਕੁਐਸਚਨ ਦੇਖਦੇ ਹਾਂ। ਕੰਪਿਊਟਰ ਦੇ ਬਹੁਤ ਸੌਖੇ ਕੁਐਸਚਨ ਹੈ, ਤਾਂ ਤੁਸੀਂ ਇਹ ਪੇਪਰ ਦੇਣ ਜਾਣ ਤੋਂ ਪਹਿਲਾਂ ਕੁਐਸਚਨ ਜ਼ਰੂਰ ਦੇਖ ਕੇ ਜਾਇਓ। ਇਹਦੇ ਵਿੱਚ ਆਪਾਂ 2016 ਦੇ ਤੇ 2019 ਦੇ ਕੁਐਸਚਨ ਡਿਸਕਸ ਕਰਾਂਗੇ ਕੰਪਿਊਟਰ ਦੇ। ਠੀਕ ਹੈ, ਤਾਂ ਇਹਦੇ ਤੋਂ ਬਿਨਾ ਕੰਪਿਊਟਰ ਦੇ ਇਹ ਕੁਐਸਚਨਾਂ ਤੋਂ ਬਿਨਾ ਤੁਸੀਂ ਦੇਖ ਸਕਦੇ ਹੋ ਮੈਰਾਥਨ ਵੀਡੀਓ ਦੋ ਪਈਆਂ ਨੇ ਆਪਣੀਆਂ, ਮੈਰਾਥਨ 1 ਤੇ ਮੈਰਾਥਨ 2। ਪਹਿਲੀ ਜਿਹੜੀ ਵੀਡੀਓ ਸੀਗੀ ਮੈਰਾਥਨ ਸੀ, ਉਹ ਸਿਰਫ ਲਾਇਬ੍ਰੇਰੀ ਦੇ ਪੇਪਰ ਨੂੰ ਫੋਕਸ ਕੀਤਾ ਸੀ। ਦੂਸਰੀ ਦੇ ਵਿੱਚ ਆਪਾਂ ਫੋਰੈਸਟ ਗਾਰਡ, ਬਟ ਬੇਸਿਕ ਜਿਹੜਾ ਹੈ ਉਹ ਸਾਰਾ ਇਹਨਾਂ ਦੇ ਵਿੱਚ ਹੀ ਆ। ਤੀਸਰੀ ਮੈਰਾਥਨ ਤੁਸੀਂ ਹੋ ਸਕਦਾ ਹੈ ਉਹ ਨਾ ਆਵੇ, ਜਿਹੜੀ ਉਹ ਕਲੈਰੀਕਲ ਐਗਜ਼ਾਮ ਦੇ ਲਈ ਥੋੜੇ ਜਿਹੇ ਉਹਦੇ 'ਚ ਵੱਖਰੇ ਤਰੀਕੇ ਨਾਲ ਕੁਐਸਚਨ ਨੇ, ਉਹਨਾਂ ਦੀ ਲੋੜ ਨਹੀਂ ਆਪਾਂ ਨੂੰ। ਪਹਿਲੀ ਤੇ ਦੂਜੀ, ਠੀਕ ਹੈ। ਇਹਦੇ ਤੋਂ ਬਿਨਾ ਆਪਣੀ ਗ੍ਰੈਂਡ ਸੀਰੀਜ਼ ਚੱਲ ਰਹੀ ਹੈ ਜਿਹੜੀ ਕੰਪਿਊਟਰ ਦੀ, ਹੈ ਨਾ, ਉਹ ਮੈਂ ਪਿੰਨ ਕਰ ਦੂੰਗਾ ਵੀ ਕਿਹੜਾ ਤੁਸੀਂ ਦੇਖਣਾ ਹੈ। ਤਾਂ ਉਹ ਗ੍ਰੈਂਡ ਸੀਰੀਜ਼ ਦੇ ਵਿੱਚ ਜਿੰਨੀਆਂ ਵੀਡੀਓ ਨੇ ਆਪਾਂ ਚੈਪਟਰ ਵਾਈਜ਼ ਡਿਸਕਸ ਕਰ ਰਹੇ ਹਾਂ, ਪਹਿਲੇ ਚੈਪਟਰ ਤੋਂ ਲੈ ਕੇ, ਹੈ ਨਾ, ਉਹ ਸਾਰੀਆਂ ਤੁਸੀਂ ਜ਼ਰੂਰ ਦੇਖਣੀਆਂ ਨੇ। ਤੇ ਇੱਕ ਆਪਣੀ ਤੀਸਰਾ ਜਿਹੜਾ ਪੋਰਸ਼ਨ ਤੁਸੀਂ ਦੇਖਣਾ ਹੈ, ਆਫਿਸ ਪ੍ਰੋਡਕਟੀਵਿਟੀ ਟੂਲ, ਆਫਿਸ ਪ੍ਰੋਡਕਟੀਵਿਟੀ ਟੂਲਸ। ਇਹਦੇ ਵਿੱਚ MS ਵਰਡ, ਐਕਸਲ, ਪਾਵਰ ਪੁਆਇੰਟ, ਇਹ ਮੈਂ ਬਹੁਤ ਡਿਟੇਲ ਦੇ ਵਿੱਚ ਡਿਸਕਸ ਕੀਤਾ ਹੋਇਆ। ਦੂਸਰੀ ਸੀਗੀ ਗ੍ਰੈਂਡ ਸੀਰੀਜ਼ ਫॉर ਆਲ ਕੰਪੀਟੀਟਿਵ ਐਗਜ਼ਾਮ। ਠੀਕ ਹੈ, ਇੰਨਾ ਕੰਮ ਤੁਸੀਂ ਕਰਕੇ ਚਲੇ ਜਾਇਓ, ਤਾਂ ਪੇਪਰ ਇਹਦੇ ਤੋਂ ਬਾਹਰੋਂ ਨਹੀਂ ਆਊਗਾ। ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਕੋਈ ਪੇਡ ਕੋਰਸ ਲੈਣ ਦੀ ਲੋੜ ਨਹੀਂ। ਵੈਸੇ ਤਾਂ ਪੇਪਰ 'ਚ ਹੀ ਥੋੜ੍ਹੇ ਦਿਨ ਰਹਿ ਗਏ, ਹੈ ਨਾ। ਤੇ ਇਸੇ ਸਾਰੇ ਕੰਟੈਂਟ ਨੂੰ ਤੁਸੀਂ ਦੇਖੋਗੇ, ਤੁਹਾਡੇ ਸਾਰੇ ਕੁਐਸਚਨ ਸੋਲਵ ਹੋਣਗੇ। ਸੋ ਆਪਾਂ ਸਟਾਰਟ ਕਰਦੇ ਹਾਂ। ਪਹਿਲਾ ਕੁਐਸਚਨ ਹੈ, which of the following network which of the following network is used for connecting computers in small geographical area? ਕਹਿੰਦਾ ਛੋਟੇ ਜਿਹੇ ਜਿਓਗ੍ਰਾਫੀਕਲ ਏਰੀਆ ਦੇ ਵਿੱਚ ਕਿਹੜਾ ਨੈਟਵਰਕ ਵਰਤਿਆ ਜਾਂਦਾ ਹੈ? ਵੈਨ ਤਾਂ ਹੁੰਦਾ ਹੀ ਨਹੀਂ ਵੈਸੇ, ਲੈਨ, ਵੈਨ ਤੇ ਮੈਨ। ਠੀਕ ਹੈ, ਇਹਨਾਂ ਚੋਂ ਕਿਹੜਾ ਵਰਤਿਆ ਜਾਂਦਾ ਹੈ? ਇਹ ਆਪਾਂ ਨੂੰ ਪਤਾ 4 ਤਰ੍ਹਾਂ ਦੇ ਨੈਟਵਰਕ ਹੁੰਦੇ ਨੇ: ਪੈਨ, ਪਰਸਨਲ ਏਰੀਆ ਨੈਟਵਰਕ, ਲੋਕਲ ਏਰੀਆ ਨੈਟਵਰਕ, ਮੈਟਰੋਪੋਲੀਟਨ ਏਰੀਆ ਨੈਟਵਰਕ ਤੇ ਵਾਈਡ ਏਰੀਆ ਨੈਟਵਰਕ। ਠੀਕ ਹੈ, ਤੇ ਜਿਹੜਾ ਪੈਨ ਹੈ ਇਹ 10 ਮੀਟਰ ਤੱਕ ਹੁੰਦਾ ਹੈ। ਲੈਨ ਦੀ ਰੇਂਜ 10 ਮੀਟਰ ਤੋਂ 1 ਕਿਲੋਮੀਟਰ ਦੇ ਵਿੱਚ। ਮੈਨ ਹੁੰਦਾ ਜਿਹੜਾ ਇਹ ਮੈਟਰੋਪੋਲੀਟਨ, ਇੱਕ ਸਿਟੀ ਲੈਵਲ ਤੇ, ਜਿਵੇਂ ਵੋਕੀ ਟੋਕੀ ਨਹੀਂ, ਆਪਾਂ ਕੇਬਲ ਟੀਵੀ ਨਹੀਂ ਯੂਜ਼ ਕਰਦੇ, ਉੱਥੇ ਮੈਨ ਵਰਤਿਆ ਜਾਂਦਾ। ਤੇ ਵਾਈਡ ਏਰੀਆ ਨੈਟਵਰਕ ਇੱਕ ਕੰਟਰੀ ਲੈਵਲ ਤੇ ਹੁੰਦਾ। ਤਾਂ ਸਮੋਲ ਜਿਓਗ੍ਰਾਫੀਕਲ ਏਰੀਆ ਦੇ ਲਈ ਲੈਨ ਵਰਤਿਆ ਜਾਂਦਾ ਆਪਣੇ ਕੋਲ। ਠੀਕ ਹੈ, ਸੋ ਫਿਰ ਇਹਦਾ ਆਨਸਰ B ਹੈ। ਪੈਨ ਹੈ ਨਹੀਂ। ਪੈਨ ਤਾਂ ਜਿਹੜਾ ਹੈ ਉਹਦੀ ਰੇਂਜ, ਪੈਨ ਦੀ ਰੇਂਜ ਜੇ ਆਪਾਂ ਕਹਿ ਲਈਏ 10 ਮੀਟਰ ਜਾਂ ਨੀਅਰ ਅਬਾਊਟ ਇਹ ਹੁੰਦੀ ਹੈ 32 ਫੀਟਸ, 33 ਫਿਟ ਕਹਿ ਲਓ, 33 ਫੀਟ ਹੁੰਦੀ ਹੈ। ਠੀਕ ਹੈ, 33 ਫਿਟ। ਜੇ ਪੁੱਛ ਲਏ ਕਈ ਵਾਰੀ ਵੀ ਪੈਨ ਜਾਂ ਬਲੂਟੁੱਥ ਦੀ ਰੇਂਜ ਕਿੰਨੀ ਹੁੰਦੀ ਹੈ, 10 ਮੀਟਰ ਜਾਂ 33 ਫਿਟ। ਠੀਕ ਹੈ, ਸੋ ਇਹਦਾ B ਆਨਸਰ ਹੈ। ਅਗਲਾ ਕੁਐਸਚਨ, ਦੀ ਡੈਸੀਮਲ ਰਿਪਰੈਜ਼ੈਂਟੇਸ਼ਨ ਫॉर ਕਰੈਕਟਰ ਇਨ ਸਕਾਈਜ਼। ਸਕਾਈ ਆਪਾਂ ਨੂੰ ਪਤਾ ਕੀ ਹੁੰਦਾ ਹੈ, ਇੱਕ ਕਰੈਕਟਰ ਐਨਕੋਡਿੰਗ ਸਕੀਮ ਹੈ, ਅਮਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ। ਤਾਂ ਇਹ ਕਰੈਕਟਰ ਐਨਕੋਡਿੰਗ ਕੀ ਹੁੰਦੀ ਹੈ? ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਕੀਬੋਰਡ ਤੋਂ ਬਹੁਤ ਸਾਰੇ ਅੱਖਰ ਆਪਾਂ ਟਾਈਪ ਕਰਦੇ ਹਾਂ, ਕੰਪਿਊਟਰ ਨੂੰ ਇੱਕੋ ਹੀ ਲੈਂਗੁਏਜ ਸਮਝ ਆਉਂਦੀ ਹੈ, ਬਾਈਨਰੀ ਲੈਂਗੁਏਜ। ਇਸੇ ਨੂੰ ਹੀ ਆਪਾਂ ਬੋਲ ਸਕਦੇ ਹਾਂ ਬਾਈਨਰੀ ਲੈਂਗੁਏਜ ਜਾਂ ਮਸ਼ੀਨ ਲੈਂਗੁਏਜ। ਤਾਂ ਕੰਪਿਊਟਰ ਨੂੰ ਇਹੀ ਸਮਝ ਆਉਂਦੀ ਹੈ। ਤਾਂ ਫਿਰ ਆਪਾਂ ਕਿੰਨੇ ਸਪੈਸ਼ਲ ਸਿੰਬਲ ਵਗੈਰਾ ਯੂਜ਼ ਕਰਦੇ ਹਾਂ ਨਾ, ਉਹ ਕੰਪਿਊਟਰ ਕਿਵੇਂ ਸਮਝਦਾ? ਤੇ ਕੰਪਿਊਟਰ ਦੇ ਵਿੱਚ ਆਪਾਂ ਕੀ ਕਰਦੇ ਹਾਂ, ਉਹਦੀ ਲਿਸਟ ਬਣਾ ਲੈਂਦੇ ਹਾਂ। ਇੱਕ ਲਿਸਟ ਬਣਾ ਲੈਂਦੇ ਹਾਂ, 0 ਮਤਲਬ ਸਾਰੇ ਨੰਬਰ ਲਿਖ ਲੈਣੇ, ਜਿਵੇਂ ਹੈਸ਼, ਸਟਾਰ, @ ਨਲ ਕਰੈਕਟਰ ਵੀ ਹੁੰਦਾ ਇਹਦੇ ਵਿੱਚ, ਹੈ ਨਾ। ਫਿਰ ਸਾਰੀ ABC ਲਿਖ ਲਾਂਗੇ Z ਤੱਕ, ਫਿਰ ਛੋਟੀ ABC, ਫਿਰ 1 2 3 ਇੱਧਰੋਂ ਕਰਕੇ ਉਹਨੂੰ ਨੰਬਰ ਅਸਾਈਨ ਕਰ ਦਾਂਗੇ, ਜਿਵੇਂ 0 1 2 3 4 5, ਹੈ ਨਾ, ਇਸ ਤਰ੍ਹਾਂ ਕਰਕੇ। ਤਾਂ ਜਿਵੇਂ ਕੈਪੀਟਲ A ਦਾ ਆਉਂਦਾ 65 ਤੇ, ਜਦੋਂ ਅਸੀਂ ਕੰਪਿਊਟਰ ਤੋਂ A ਪ੍ਰੈਸ ਕਰਾਂਗੇ, ਵੱਡਾ A ਪ੍ਰੈਸ ਕਰਾਂਗੇ, ਤਾਂ ਉਹਦੇ ਇਕੁਇਵਲੈਂਟ ਜਾਊਗਾ 65। 65 ਨੂੰ ਬਾਈਨਰੀ 'ਚ ਕਨਵਰਟ ਕਰ ਲੂ। ਆਪਾਂ ਕਿਵੇਂ ਕਰਦੇ ਹੁੰਦੇ ਹਾਂ, 64 32 16 8 4 2 1। 65 ਬਣਾਉਣਾ, 64 ਵਾਲੇ ਨੂੰ 1 ਕਰ ਦਿਆਂਗੇ, ਬਾਕੀ ਸਾਰਿਆਂ ਨੂੰ 0 ਕਰ ਦਿਆਂਗੇ। ਤਾਂ ਇਹ ਬਣ ਗਿਆ ਜੀ 65 ਦੀ ਵੈਲਿਊ। ਅਸੀਂ A ਦੱਬਾਂਗੇ, ਮੈਪਿੰਗ ਕੀਤੀ ਹੈ 65 ਦੇ ਨਾਲ, 65 ਨੂੰ ਬਾਈਨਰੀ 'ਚ ਕਨਵਰਟ ਕਰਕੇ ਬਾਈਨਰੀ ਆ ਜਾਊਗਾ। ਕੰਪਿਊਟਰ ਨੂੰ ਆ ਸਮਝ ਆਊਗਾ, ਸਾਨੂੰ ਲੱਗੂਗਾ ਅਸੀਂ A ਪ੍ਰੈਸ ਕੀਤਾ ਹੈ। ਠੀਕ ਹੈ, ਸੋ ਇਸੇ ਸਕੀਮ ਨੂੰ ਕੀ ਬੋਲ ਦਿੰਦੇ ਆ? ਕਰੈਕਟਰ ਐਨਕੋਡਿੰਗ ਸਕੀਮ। ਇਹ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ, ਜਿਵੇਂ BCDIC, ਸਕਾਈ, EBCDIC, ਯੂਨੀਕੋਡ। ਅੱਜ ਕੱਲ੍ਹ ਯੂਨੀਕੋਡ ਚੱਲਦਾ ਹੈ, ਇਹ 8 ਬਿਟ, 16 ਬਿਟ ਤੇ 32 ਬਿਟ ਹੋ ਸਕਦਾ ਹੈ।
ਇਹ BCDIC ਦੀ ਐਬਰੀਵੇਸ਼ਨ ਪੁੱਛ ਸਕਦਾ ਹੈ, ਬਾਈਨਰੀ ਕੋਡਡ ਡੈਸੀਮਲ ਇੰਟਰਚੇਂਜ ਕੋਡ। ASCII ਹੁੰਦਾ ਹੈ ਅਮਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ। EBCDIC ਹੈ ਐਕਸਟੈਂਡਡ ਬਾਈਨਰੀ ਕੋਡਡ ਡੈਸੀਮਲ ਇੰਟਰਚੇਂਜ ਕੋਡ। ਠੀਕ ਆ, ਤਾਂ ਇਹ BCDIC 6 ਬਿਟ ਦਾ ਹੈ ਤੇ EBCDIC 8 ਬਿਟ ਦਾ ਹੈ। ASCII ਜਿਹੜਾ ਸਟੈਂਡਰਡ ਹੈ ਉਹ 7 ਬਿਟ ਦਾ ਬਟ 8 ਬਿਟ ਦਾ ਵੀ ਹੁੰਦਾ। ਠੀਕ ਹੈ, ਸਕਰੀਨਸ਼ਾਟ ਲੈ ਸਕਦੇ ਹੋ। ਜਿਵੇਂ ਇਹਨਾਂ ਚੋਂ ਕੁਐਸਚਨ ਪੁੱਛਿਆ ਜਾ ਸਕਦਾ ਵੀ ASCII ਤੇ EBCDIC। ASCII ਦੇ ਵਿੱਚ 7 ਕਰੈਕਟਰ ਨੇ, ਸਟੈਂਡਰਡ ਦੇ ਵਿੱਚ ਇਹਦੇ ਵਿੱਚ 8 ਕਰੈਕਟਰ ਨੇ। ਐਬਰੀਵੇਸ਼ਨ 7 ਬਿਟਸ ਨੇ, ਸੌਰੀ 7 ਕਰੈਕਟਰ ਨਹੀਂ 7 ਬਿਟਸ। 7 ਬਿਟ ਦੇ ਨਾਲ ਕਿੰਨੇ ਕਰੈਕਟਰ ਲਿਖ ਸਕਦੇ ਆਪਾਂ? 2 ਦੀ ਪਾਵਰ 7, ਟੋਟਲ 128। ਰੇਂਜ ਹੋ ਜੂਗੀ 0 ਤੋਂ 127 ਤੱਕ। ਰੇਂਜ 0 ਤੋਂ 127 ਤੱਕ ਹੈ, ਤਾਂ 128 ਤੱਕ ਕਿਉਂ ਨਹੀਂ ਹੈ? ਕਿਉਂਕਿ 0 ਤੋਂ ਸ਼ੁਰੂ ਹੋ ਰਹੀ ਹੈ। ਗਿਣਤੀ ਕਰਾਂਗੇ ਤਾਂ 128 ਬਣਦੇ ਨੇ। EBCDIC ਦੇ ਵਿੱਚ ਕਿੰਨੇ ਕਰੈਕਟਰ ਨੇ? 2 ਦੀ ਪਾਵਰ 8, 256। ਰੇਂਜ ਹੋ ਜੂਗੀ 0 ਤੋਂ ਲੈ ਕੇ 255 ਤੱਕ। ਤਾਂ ਆ ਵੈਲਿਊਜ਼ ਨੇ ਕੁਝ ਲਿਖੀਆਂ ਨੇ। ਮੈਂ ਨਲ ਨੂੰ 0 ਵੈਲਿਊ ਮਿਲਦੀ ਹੈ, ਸਟਾਰ ਨੂੰ 42, ਵਿੱਚੋਂ ਲਿਖੀਆਂ ਨੇ ਸਾਰੀਆਂ। ਮੈਂ 1 ਬਾਏ 1 ਨਹੀਂ ਲਿਖੀਆਂ। 1 ਆਉਂਦਾ 49 ਪੋਜੀਸ਼ਨ ਤੇ, ਕੈਪੀਟਲ A ਆਉਂਦਾ 65 ਤੇ B ਆਉਂਦਾ 66 ਤੇ ਉਵੇਂ ਹੀ ਸਮਾਲ a ਆਉਂਦਾ 97 ਦੇ। ਕਿਹਦੇ ਚ? ASCII ਦੇ ਵਿੱਚ। ਤੇ ਜੇ EBCDIC ਦੀ ਗੱਲ ਕਰੀਏ, ਕੈਪੀਟਲ A ਆਉਂਦਾ 193 ਤੇ, ਸਮਾਲ a ਆਉਂਦਾ 129 ਤੇ। ਠੀਕ ਹੈ, ਇਹ ਸਾਰਾ ਟੇਬਲ ਹੈ ਪੂਰਾ ASCII ਦਾ ਟੇਬਲ ਹੈ। ਜਿਵੇਂ ਆਪਾਂ ਇੱਥੇ 65 ਤੇ ਦੇਖ ਲੈਂਦੇ ਹਾਂ, ਆ ਪਿਆ A, ਤਾਂ ਸ਼ੁਰੂ ਹੁੰਦਾ ਨਲ SOH, ਸਾਰੇ ਸਿੰਬਲ ਨੇ। ਇਹਨਾਂ ਨੂੰ ਡੈਸੀਮਲ ਆ ਦੇ 127 ਤੱਕ ਹੈ ਨਾ, 0 ਤੋਂ ਲੈ ਕੇ। ਤਾਂ ਇਹਨਾਂ ਨੂੰ ਇਹ ਅਸਾਈਨ ਕੀਤੇ ਹੋਏ ਨੇ। ਤਾਂ ਕੰਪਿਊਟਰ ਦੇ ਵਿੱਚ ਇਹ ਮੈਪਿੰਗ ਟੈਕਨੀਕਸ ਨੇ। ਤਾਂ A ਦੇ ਕਰਸਪੋਂਡਿੰਗ ਕਿੰਨਾ ਆਨਸਰ ਹੋ ਜਾਊਗਾ ਫਿਰ? C ਆਨਸਰ 65। ਠੀਕ ਹੈ, ਅਗਲਾ ਕੁਐਸਚਨ। ਸਟ੍ਰਿੰਗ ਆਫ ਟੈਕਸਟ ਦੈਟ ਆਰ ਲਿੰਕਸ ਟੂ ਅਦਰ ਪੇਜ ਔਰ ਕਾਲਡ। ਜਿਹੜੀ ਕਹਿੰਦਾ ਟੈਕਸਟ ਦੀ ਸਟ੍ਰਿੰਗ ਇੱਕ ਦੂਸਰੇ ਪੇਜ ਦੇ ਵਿੱਚੋਂ ਲਿੰਕਡ ਹੁੰਦੀ ਆ, ਉਹਨੂੰ ਕੀ ਬੋਲਦੇ ਆ ਅਸੀਂ? ਜਿਵੇਂ ਆ ਲਿਖਿਆ ਹੋਇਆ ਨਾ, ਇਹ ਸਾਰਾ ਟੈਕਸਟ ਹੈ, ਇਹਨੂੰ ਹਾਈਪਰ ਟੈਕਸਟ ਵੀ ਬੋਲ ਦਿੰਦੇ ਆ। ਹਾਈਪਰ ਟੈਕਸਟ ਹੈ ਨਾ, ਸਾਰੀ ਟੈਕਸਟ ਹੈ। ਇਹਦੇ ਵਿੱਚੋਂ ਆਹ ਵਾਲਾ ਲਿੰਕ ਜਿਹੜਾ ਦੂਜੇ ਪੇਜ ਨਾਲ ਲਿੰਕਡ ਆ, ਉਹਨੂੰ ਕੀ ਬੋਲਦੇ ਆ? ਇੱਥੇ ਜਦੋਂ ਆਪਾਂ ਕਲਿੱਕ ਕਰਦੇ ਆ, ਇਹ ਦੂਸਰੇ ਪੇਜ ਤੇ ਲੈ ਜਾਂਦਾ। ਇਹੀ ਪੁੱਛ ਰਿਹਾ, ਸਟ੍ਰਿੰਗ ਆਫ ਟੈਕਸਟ ਦੈਟ ਆਰ ਲਿੰਕ ਟੂ ਅਦਰ ਪੇਜ ਇਜ਼ ਕਾਲਡ। ਕੀ ਉਹ ਹਾਈਪਰ ਲਿੰਕਰ ਹੁੰਦਾ? ਨਹੀਂ। ਮਲਟੀਮੀਡੀਆ ਵੀ ਨਹੀਂ ਹੁੰਦਾ, ਹਾਈਪਰ ਮੀਡੀਆ ਵੀ ਨਹੀਂ ਹੁੰਦਾ, ਹਾਈਪਰ ਲਿੰਕਸ ਬੋਲਦੇ ਆ ਇਹਨਾਂ ਨੂੰ ਆਪਾਂ। ਤਾਂ ਆਹ ਸਾਰੇ ਕੀ ਨੇ? ਜਿਹੜੇ ਹਾਈਪਰ ਲਿੰਕਸ ਹੁੰਦੇ ਨੇ। ਯਾਦ ਰੱਖਣਾ ਇਹ ਇੱਕ ਦੂਜੇ ਪੇਜ ਦੇ ਨਾਲ। ਜਿਵੇਂ ਪਹਿਲਾ ਪੇਜ ਇਹਦੇ ਨਾਲ ਕਨੈਕਟਡ ਹੈ, ਇਹਦੇ ਨਾਲ ਹੈ, ਇਹ ਇੱਧਰ ਵੀ ਹੈ, ਇਹ ਇੱਧਰ ਵੀ ਹੈ, ਇੱਧਰ ਵੀ ਹੈ, ਇੱਧਰ ਵੀ ਹੈ, ਹਨਾ। ਇਹ ਹਾਈਪਰ ਲਿੰਕਸ ਹੁੰਦੇ ਨੇ। ਕਿਤਾਬ ਦੇ ਵਿੱਚ ਇਹ ਚੀਜ਼ ਪੋਸੀਬਲ ਨਹੀਂ ਵੀ ਪਹਿਲੇ ਪੇਜ ਤੇ ਆਪਾਂ ਕਲਿੱਕ ਕਰੀਏ ਤੇ 14ਵੇਂ ਪੇਜ ਤੇ ਲੈ ਜੇ, ਬਟ ਨੈਟ ਤੇ ਇਹ ਇੰਟਰਨੈਟ ਤੇ ਚੀਜ਼ ਪੋਸੀਬਲ ਹੈ। ਠੀਕ ਆ, ਸੋ ਇਹਦਾ ਫਿਰ ਆਨਸਰ ਹੋ ਗਿਆ D ਆਨਸਰ, ਹਾਈਪਰ ਲਿੰਕਸ। ਅਗਲਾ ਕੁਐਸਚਨ। ਇਨ ਵਿਚ ਟੋਪੋਲੋਜੀ ਈਚ ਕੰਪਿਊਟਰ ਇਜ਼ ਕਨੈਕਟਡ ਟੂ ਐਵਰੀ ਅਦਰ ਕੰਪਿਊਟਰ। ਦੇਖੋ ਬਹੁਤ ਵਧੀਆ ਕੁਐਸਚਨ ਹੈ, ਇਹ ਪੁੱਛਿਆ ਜਾ ਸਕਦਾ ਹੈ। ਉਹ ਵਾਲੀ ਟੋਪੋਲੋਜੀ ਜਿਹਦੇ ਵਿੱਚ ਹਰੇਕ ਕੰਪਿਊਟਰ ਦੂਜੇ ਕੰਪਿਊਟਰ ਨਾਲ ਜੁੜਿਆ ਹੁੰਦਾ, ਉਹਨੂੰ ਕਿਹੜੀ ਬੋਲਦੇ ਆ? ਆਪਾਂ ਦੱਸ ਦਿੰਦੇ ਹਾਂ। ਟੋਪੋਲੋਜੀ ਵੈਸੇ ਕੀ ਹੁੰਦਾ? ਅਰੇਂਜਮੈਂਟ ਆਫ ਕੰਪਿਊਟਰਸ। ਇਟ ਕੈਨ ਬੀ ਫਿਜ਼ੀਕਲ ਔਰ ਲੌਜੀਕਲ। ਜੇ ਫਿਜ਼ੀਕਲ ਜਾਂ ਲੌਜੀਕਲ ਅਰੇਂਜਮੈਂਟ ਹੈ ਕੰਪਿਊਟਰਸ ਦੀ, ਉਹਨੂੰ ਆਪਾਂ ਕੀ ਬੋਲਾਂਗੇ? ਟੋਪੋਲੋਜੀ। ਤੇ ਇਹ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ, ਜਿਵੇਂ ਸਟਾਰ ਟੋਪੋਲੋਜੀ, ਮੈਸ਼ ਟੋਪੋਲੋਜੀ, ਰਿੰਗ ਟੋਪੋਲੋਜੀ, ਫੁਲੀ ਕਨੈਕਟਡ। ਮੈਸ਼ ਦੀਆਂ 2 ਟਾਈਪ ਨੇ, ਫੁਲੀ ਕਨੈਕਟਡ ਤੇ ਪਾਰਸ਼ਲੀ। ਇਹਨੂੰ ਆਪਾਂ ਪਾਰਸ਼ਲੀ ਬੋਲ ਸਕਦੇ ਹਾਂ। ਤੇ ਰਿੰਗ ਟੋਪੋਲੋਜੀ ਬੱਸ ਨੂੰ ਲਾਈਨ ਟੋਪੋਲੋਜੀ ਵੀ ਬੋਲਦੇ ਆ। ਅੰਬ ਜਿਹਾ ਬਣ ਗਿਆ ਵੈਸੇ ਨਾ, ਚਲੋ ਅੰਬ ਹੀ ਬਣਾ ਲੈਂਦੇ ਆ। ਕੀ ਬਣ ਗਿਆ? ਆ ਵੀ ਅੰਬ ਜਿਹਾ ਹੀ ਬਣਦਾ। ਇਹ ਅੰਬ ਥੋੜਾ ਜਿਹਾ ਹਜੇ ਕੱਚਾ ਹੈ। ਤੇ ਬੱਸ ਉੱਡ ਗਿਆ, ਕੀ ਹੋ ਗਿਆ? ਦੁਬਾਰੇ ਤਾਂ ਹੁਣ ਬਣਨਾ ਨਹੀਂ ਹੋ ਜਾ। ਹਾਂ, ਹੁਣ ਤੋਤਾ ਅੰਬ ਬਣ ਗਿਆ ਐਂ ਲੱਗਦਾ। ਤਾਂ ਹਾਂ, ਬੱਸ ਟੋਪੋਲੋਜੀ ਨੂੰ ਆਪਾਂ ਲਾਈਨ ਟੋਪੋਲੋਜੀ ਵੀ ਬੋਲਦੇ ਹਾਂ। ਰਿੰਗ ਟੋਪੋਲੋਜੀ ਇੱਕ ਟਰੀ ਟੋਪੋਲੋਜੀ ਹੈ। ਤਾਂ ਮੈਂ ਸਾਰੀਆਂ ਦੱਸ ਦੇਣਾ। ਉਹ ਵਾਲੀ ਟੋਪੋਲੋਜੀ ਜਿਹਦੇ ਵਿੱਚ ਸਾਰੇ ਕੰਪਿਊਟਰ ਇੱਕ ਸੈਂਟਰਲ ਡਿਵਾਈਸ ਦੇ ਨਾਲ ਜੁੜੇ ਹੋਣ, ਉਹ ਹੱਬ ਹੋ ਸਕਦਾ, ਸਵਿਚ ਹੋ ਸਕਦਾ ਤੇ ਰਾਊਟਰ ਹੋ ਸਕਦਾ। ਕੁਐਸਚਨ ਕਿਵੇਂ ਪੁੱਛੂਗਾ? ਦੀ ਨੈਟਵਰਕ ਟੋਪੋਲੋਜੀ ਇਨ ਵਿਚ ਆਲ ਦੀ ਡਿਵਾਈਸ ਆਰ ਕਨੈਕਟਡ ਬਾਈ ਵਨ ਸੈਂਟਰਲ ਡਿਵਾਈਸ ਇਜ਼ ਕਾਲਡ ਹੱਬ, ਸਵਿਚ ਔਰ ਰਾਊਟਰ। ਠੀਕ ਹੈ, ਇਹਦੇ ਚੋਂ ਕੁਐਸਚਨ ਕਿਵੇਂ ਪੁੱਛਦਾ? ਬੱਸ ਦੇ ਵਿੱਚ ਆਲ ਦੀ ਡਿਵਾਈਸ ਇਨ ਵਿਚ ਦੀ ਨੈਟਵਰਕ ਟੋਪੋਲੋਜੀ ਇਨ ਵਿਚ ਆਲ ਦੀ ਡਿਵਾਈਸ ਆਰ ਕਨੈਕਟਡ ਬਾਈ ਵਨ ਸੈਂਟਰਲ ਕੇਬਲ। ਇਹ ਸੈਂਟਰਲ ਕੇਬਲ ਹੈ। ਠੀਕ ਹੈ, ਇਹ ਵਾਲੀ ਟੋਪੋਲੋਜੀ ਨੂੰ ਕੀ ਬੋਲਦੇ ਆ? ਇਹ ਹੈਗੀ ਹੈ ਬੱਸ। ਇਹ ਸੈਂਟਰਲ ਕੇਬਲ ਹੈ, ਇੱਥੇ ਸੈਂਟਰਲ ਡਿਵਾਈਸ ਹੈ, ਧਿਆਨ ਰੱਖਣਾ। ਜੇ ਪੁੱਛ ਲਿਓ ਉਹ ਵਾਲੀ ਟੋਪੋਲੋਜੀ ਜਿਹਦੇ ਵਿੱਚ ਸਾਰੇ ਕੰਪਿਊਟਰ ਇੱਕ ਸੈਂਟਰਲ ਟੋਪੋਲੋਜੀ ਦੇ ਨਾਲ ਜੁੜੇ ਹੋਏ ਨੇ, ਤਾਂ ਉਹ ਹੈਗੀ ਹੈ ਸਟਾਰ। ਜੇ ਸੈਂਟਰਲ ਕੇਬਲ ਦੇ ਨਾਲ ਜੁੜੇ ਹੋਏ ਨੇ ਤਾਂ ਹੈਗੀ ਹੈ ਬੱਸ ਜਾਂ ਲਾਈਨ। ਤੇ ਉਹ ਵਾਲੀ ਟੋਪੋਲੋਜੀ ਜਿਹਦੇ ਵਿੱਚ ਡੈਡੀਕੇਟਡ ਲਿੰਕ ਹੈ, ਇਹਦੇ ਵਿੱਚ ਡੈਡੀਕੇਟਡ ਹੈ, ਯਾਨੀ ਕਿ ਇਹਦਾ ਆਪਣਾ ਡੈਡੀਕੇਟਡ, ਇਹਦਾ ਆਪਣਾ, ਜਾਂ ਐਂ ਕਹਿ ਲਓ
ਸਾਰੇ ਕੰਪਿਊਟਰ ਇੱਕ ਦੂਜੇ ਨਾਲ ਜੁੜੇ ਨੇ। ਆ ਇਹਦੇ ਨਾਲ ਵੀ ਹੈ, ਇੱਧਰ ਵੀ ਹੈ, ਇੱਧਰ ਵੀ ਹੈ, ਇੱਧਰ ਵੀ ਹੈ, ਇੱਧਰ ਵੀ ਹੈ, ਉਵੇਂ ਹੀ ਆ ਇੱਧਰ ਵੀ ਹੈ, ਇੱਧਰ ਵੀ ਹੈ, ਇੱਧਰ ਵੀ ਹੈ, ਇੱਧਰ ਵੀ, ਇੱਧਰ ਵੀ ਹੈ, ਸਾਰੇ ਇੱਕ ਦੂਜੇ ਨਾਲ ਜੁੜੇ। ਹੁਣ ਉਹਨੂੰ ਅਸੀਂ ਕੀ ਬੋਲ ਦਿੰਦੇ ਆ? ਮੈਸ਼। ਤਾਂ ਉਹੀ ਪੁੱਛ ਰਿਹਾ, ਤਾਂ ਆਨਸਰ ਕੀ ਹੋ ਜਾਊਗਾ? ਡੀ। ਠੀਕ ਹੈ, ਐਵਰੀ ਕੰਪਿਊਟਰ ਇਜ਼ ਕਨੈਕਟਡ ਟੂ ਈਚ ਅਦਰ। ਕਲੀਅਰ ਹੋਈ ਗੱਲ? ਸੋ ਅਗਲਾ ਕੁਐਸਚਨ ਹੈਗਾ, ਕਹਿੰਦਾ ਵਟ ਇਜ਼ ਦੀ ਫੁੱਲ ਫਾਰਮ ਆਫ URL? URL ਦੀ ਫੁੱਲ ਫਾਰਮ ਬੜਾ ਸੌਖਾ, ਯੂਨੀਫਾਰਮ ਰਿਸੋਰਸ ਲੋਕੇਟਰ। ਸੋ ਬੀ ਆਨਸਰ ਹੈ। ਠੀਕ ਹੈ, ਇਹ ਹੁੰਦਾ URL, ਪੂਰਾ ਵੈਬਸਾਈਟ ਦਾ ਐਡਰੈਸ। ਇਹਦੇ ਵਿੱਚੋਂ ਆਪਾਂ ਨੂੰ ਪੁੱਛਿਆ ਜਾ ਸਕਦਾ ਹੈ, ਇਹ ਹੁੰਦੀ ਹੈ ਪ੍ਰੋਟੋਕਾਲ, ਜਿਵੇਂ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕਾਲ। ਐਸ ਦਾ ਮਤਲਬ ਹੁੰਦਾ ਸਿਕਿਉਰ, ਤੇ ਇਹਨੂੰ ਆਪਾਂ ਡੋਮੇਨ ਨੇਮ ਬੋਲ ਦਿੰਦੇ ਹੁੰਦੇ ਆ, ਹਨਾ। ਤੇ ਇਹ ਡਾਇਰੈਕਟਰੀ ਹੁੰਦੀ ਹੈ, ਇਹ ਪਾਥ ਹੁੰਦਾ ਹੈ, ਤੇ ਇਸੇ ਨੂੰ ਡੋਮੇਨ ਨੇਮ ਨੂੰ ਆਪਾਂ ਹੋਸਟ ਨੇਮ ਵੀ ਬੋਲ ਸਕਦੇ ਹਾਂ। ਠੀਕ ਹੈ, ਯਾਦ ਰੱਖਣੀ ਹੈ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ। ਅਗਲਾ ਕੁਐਸਚਨ ਹੈ, ਵਿਚ ਆਫ ਦੀ ਫੋਲੋਇੰਗ ਇਜ਼ ਐਂਟੀਵਾਇਰਸ ਸੌਫਟਵੇਅਰ? ਕਹਿੰਦਾ ਹੇਠ ਲਿਖਿਆਂ ਚੋਂ ਐਂਟੀਵਾਇਰਸ ਕਿਹੜਾ? ਫਾਇਰਫੌਕਸ ਨਹੀਂ ਹੈ, ਇੰਟਰਨੈਟ ਐਕਸਪਲੋਰਰ ਵੀ ਨਹੀਂ ਹੈ, ਗੂਗਲ ਵੀ ਨਹੀਂ ਹੈ, ਤਾਂ ਮੈਕੈਫੇ, MC ਕੈਫੇ। ਤਾਂ ਇਹ ਕਿਹੜੇ ਕਿਹੜੇ ਐਂਟੀਵਾਇਰਸ ਹੋ ਸਕਦੇ ਨੇ? ਅਵਾਸਟ, ਅਵੀਰਾ, AVG, ਬਿਟ ਡਿਫੈਂਡਰ, ਡਾਕਟਰ ਵੈਬ, ਡਾਕਟਰ ਸੋਲੋਮਨ। ਆ ਵੀ ਪੁੱਛ ਲੈਂਦਾ ਕਈ ਵਾਰੀ, ਕਿਉਂਕਿ ਡਾਕਟਰ ਆਪਾਂ ਨੂੰ ਲੱਗਦਾ ਯਾਰ ਡਾਕਟਰ ਵੈਬ ਜਾਂ ਡਾਕਟਰ ਸੋਲੋਮਨ ਥੋੜੀ ਹੋਊਗਾ, ਯਾਦ ਰੱਖਣਾ। F ਸਿਕਿਉਰ, ਕੈਸਪਰ ਸਕਾਈ, M ਕੈਫੇ, ਮੈਕੈਫੇ ਵੀ ਬੋਲ ਦਿੰਦੇ ਬੰਦੇ ਕਿ MC ਮੈਕੈਫੇ, ਹਾਂ ਮੈਕੈਫੇ ਹੈ। ਨੋਰਟਨ, ਪਾਂਡਾ, ਕੁਇਕ ਹੀਲ ਤੇ ਵਿੰਡੋ ਡਿਫੈਂਡਰ। ਵਿੰਡੋ ਡਿਫੈਂਡਰ ਹੈ ਨਾ ਜਿਹੜਾ ਬਾਈ ਡਿਫਾਲਟ ਹੁੰਦਾ ਤੁਹਾਡੇ ਕੰਪਿਊਟਰ ਦੇ ਵਿੱਚ, ਵਿੰਡੋ 'ਚ ਤੁਸੀਂ ਵਿੰਡੋ ਡਿਫੈਂਡਰ ਨੂੰ ਹੀ ਅਪਡੇਟ ਕਰੋ, ਇਹ ਆਪੇ ਨੇ ਆਪ ਹੀ ਕੰਮ ਕਰੂਗਾ। ਸੋ ਇਹ ਬਾਈ ਡਿਫਾਲਟ ਹੁੰਦਾ। ਠੀਕ ਹੈ, ਸੋ ਇਹਦਾ ਫਿਰ ਆਨਸਰ ਹੈ ਮੈਕੈਫੇ। ਨੈਕਸਟ ਕੁਐਸਚਨ, ਵਿਚ ਆਫ ਦੀ ਫੋਲੋਇੰਗ ਪ੍ਰੋਟੋਕਾਲਸ ਇਜ਼ ਯੂਜ਼ਡ? ਪ੍ਰੋਟੋਕਾਲ ਆਉਣਾ ਯਾਰ, ਮੈਂ ਕਿਉਂ ਇਸ ਪਾ ਦੇਣਾ ਹਰ ਥਾਂ ਤੇ। ਵਿਚ ਆਫ ਦੀ ਫੋਲੋਇੰਗ ਪ੍ਰੋਟੋਕਾਲ ਇਜ਼ ਯੂਜ਼ਡ ਫॉर ਸੈਂਡਿੰਗ ਇਲੈਕਟ੍ਰੋਨਿਕ ਮੇਲ? ਕਹਿੰਦਾ ਇਲੈਕਟ੍ਰੋਨਿਕ ਮੇਲ ਨੂੰ ਸੈਂਡ ਕਰਨ ਦੇ ਲਈ ਕਿਹੜੀ ਪ੍ਰੋਟੋਕਾਲ ਵਰਤੀ ਜਾਂਦੀ ਹੈ? ਪੌਪ ਨਹੀਂ, ਮੈਕ ਨਹੀਂ, ਇਹ ਵੀ ਨਹੀਂ, ਤਾਂ ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕਾਲ। ਇਹਦੀ ਮੈਂ ਡਾਇਗਰਾਮ ਵੀ ਦਿਖਾ ਦੇਣਾ। ਆਹ ਦੇਖੋ, ਸੈਂਡਰ ਤੋਂ ਲੈ ਕੇ ਰਿਸੀਵਰ ਦੇ ਮੇਲ ਬਾਕਸ ਤੱਕ ਭੇਜਣ ਦੇ ਲਈ ਜਿਹੜੀ ਪ੍ਰੋਟੋਕਾਲ ਵਰਤੀ ਜਾਂਦੀ ਉਹ ਹੈ SMTP। SMTP ਹੁੰਦੀ ਹੈ ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕਾਲ। ਆਹ ਦੋ ਪ੍ਰੋਟੋਕਾਲ ਨੇ ਜਿਹੜੀਆਂ, ਪੌਪ ਤੇ IMAP, ਇਹ ਜਾਂ ਤਾਂ ਰਿਸੀਵ ਕਰਨ ਦੇ ਲਈ ਵਰਤੀਆਂ ਜਾਂਦੀਆਂ ਨੇ ਜਾਂ ਡਾਊਨਲੋਡ ਕਰਨ ਦੇ ਲਈ। ਸੋ ਬੇਸਿਕਲੀ ਈਮੇਲ ਯੂਜ਼ 3 ਪ੍ਰੋਟੋਕਾਲ, SMTP, POP3 ਤੇ IMAP। SMTP ਤੁਹਾਨੂੰ ਦੱਸ ਦਿੱਤਾ, ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕਾਲ। ਇਹਦੀ ਐਬਰੀਵੇਸ਼ਨ ਵੀ ਪੁੱਛੀ ਜਾ ਸਕਦੀ ਹੈ, ਜਿਵੇਂ POP ਹੁੰਦਾ ਪੋਸਟ ਆਫਿਸ ਪ੍ਰੋਟੋਕਾਲ, IMAP ਹੁੰਦਾ ਇੰਟਰਨੈਟ ਮੈਸੇਜ ਐਕਸੈਸ ਪ੍ਰੋਟੋਕਾਲ ਜਾਂ ਇੰਟਰਨੈਟ ਮੇਲ ਐਕਸੈਸ ਪ੍ਰੋਟੋਕਾਲ। ਪੋਰਟ ਨੰਬਰ ਦੀ ਗੱਲ ਕਰੀਏ, SMTP ਦਾ 25 ਹੈ, POP ਦਾ 110 ਹੈ ਤੇ IMAP ਦਾ 143 ਹੈ। ਪੋਰਟ ਨੰਬਰ ਕੀ ਹੁੰਦਾ ਹੈ? ਪੋਰਟ ਨੰਬਰ ਇਜ਼ ਯੂਜ਼ਡ ਟੂ ਡਿਫਾਈਨ ਦੀ ਡਿਫਰੈਂਟ ਟਾਈਪਸ ਆਫ ਦੀ ਪ੍ਰੋਸੈਸਿਸ ਰਨਿੰਗ ਇਨਸਾਈਡ ਏ ਕੰਪਿਊਟਰ। ਇੱਕ ਕੰਪਿਊਟਰ ਦੇ ਵਿੱਚ ਬਹੁਤ ਸਾਰੀਆਂ ਪ੍ਰੋਸੈਸਿਸ ਚੱਲ ਰਹੀਆਂ ਨੇ, ਬਹੁਤ ਸਾਰੀਆਂ ਐਪਲੀਕੇਸ਼ਨਾਂ ਚੱਲ ਰਹੀਆਂ ਨੇ, ਉਹਨਾਂ ਨੂੰ ਕੀ ਕਰਦਾ? ਯੂਨੀਕਲੀ ਆਇਡੈਂਟੀਫਾਈ ਕਰਦਾ, ਉਹ ਹੁੰਦਾ ਪੋਰਟ ਨੰਬਰ। ਠੀਕ ਆ, ਤਾਂ ਪਹਿਲੀ ਯੂਜ਼ ਟੂ ਟ੍ਰਾਂਸਫਰ ਦੀ ਮੇਲ, ਦੂਸਰੀ ਯੂਜ਼ ਟੂ ਡਾਊਨਲੋਡ ਔਰ ਰਿਸੀਵ ਦੀ ਮੇਲ। ਸਕਰੀਨਸ਼ਾਟ ਲੈ ਸਕਦੇ ਹੋ, ਕੰਮ ਆਊਗਾ ਤੁਹਾਡੇ। ਠੀਕ ਹੈ, ਸੋ ਨੈਕਸਟ ਚੱਲ, ਇਹਦਾ ਆਨਸਰ ਦੱਸ ਦਈਏ, C ਆਨਸਰ ਹੈ। ਨੈਕਸਟ ਕੁਐਸਚਨ ਹੈ, ਇਹ ਪ੍ਰੋਗਰਾਮ ਰਿਟਨ ਇਨ ਹਾਈ ਲੈਵਲ ਲੈਂਗੁਏਜ ਕੈਨ ਬੀ ਕਨਵਰਟਡ ਟੂ ਮਸ਼ੀਨ ਲੈਵਲ ਇੰਸਟਰਕਸ਼ਨ ਬਾਈ? ਕਹਿੰਦਾ ਇੱਕ ਪ੍ਰੋਗਰਾਮ ਹੁੰਦਾ ਜਿਹੜਾ ਹਾਈ ਲੈਵਲ ਦੇ ਵਿੱਚ ਲਿਖਿਆ ਹੋਵੇ, ਉਹਨੂੰ ਮਸ਼ੀਨ ਲੈਵਲ ਦੇ ਵਿੱਚ ਕਨਵਰਟ ਕਰਨ ਲਈ ਕੀ ਵਰਤਿਆ ਜਾਂਦਾ ਹੈ? ਕੀ ਅਸੈਂਬਲਰ ਵਰਤਦੇ ਆ, ਲਿੰਕਰ, ਕੰਪਾਈਲਰ ਤੇ ਐਡੀਟਰ। ਠੀਕ ਹੈ, ਤਾਂ ਆਪਾਂ ਦੇਖਦੇ ਹਾਂ, ਇਹ ਹੁੰਦਾ ਆਪਣੇ ਕੋਲੇ ਹਾਈ ਲੈਵਲ ਲੈਂਗੁਏਜ ਤੇ ਇਹ ਹੁੰਦੀ ਹੈ ਲੋ ਲੈਵਲ ਲੈਂਗੁਏਜ। ਹੁਣ ਕੰਪਿਊਟਰ ਨੂੰ ਇੱਕੋ ਹੀ ਭਾਸ਼ਾ ਸਮਝ ਆਉਂਦੀ, ਆਪਾਂ ਪਹਿਲਾਂ ਗੱਲ ਕੀਤੀ ਹੈ ਬਾਈਨਰੀ ਲੈਂਗੁਏਜ, ਹੈ ਨਾ। ਇਹਨੂੰ ਆਪਾਂ ਹਾਈ ਲੈਵਲ ਲੈਂਗੁਏਜ ਬੋਲਦੇ ਹਾਂ। ਇਹਨੂੰ ਸੋਰਸ ਕੋਡ ਬੋਲ ਸਕਦੇ ਹਾਂ, ਇਹਨੂੰ ਆਬਜੈਕਟ ਕੋਡ, ਐਗਜ਼ੀਕਿਊਟੇਬਲ ਕੋਡ ਜਾਂ ਮਸ਼ੀਨ ਕੋਡ। ਤਾਂ ਕੰਪਿਊਟਰ ਨੂੰ ਆਬਜੈਕਟ ਕੋਡ ਸਮਝ ਆਉਂਦਾ ਜਾਂ ਐਗਜ਼ੀਕਿਊਟੇਬਲ ਕੋਡ ਸਮਝ ਆਉਂਦਾ ਜਾਂ ਮਸ਼ੀਨ ਕੋਡ ਸਮਝ ਆਉਂਦਾ, ਕਹਿ ਲਓ, ਚਾਹੇ ਲੋ ਲੈਵਲ ਲੈਂਗੁਏਜ ਸਮਝ ਆਉਂਦੀ ਹੈ ਜਾਂ ਮਸ਼ੀਨ ਲੈਵਲ, ਉਹੀ ਇਹਦੇ ਸਾਰੇ ਨਾਮ ਨੇ। ਤਾਂ ਕੰਪਿਊਟਰ 0-1 ਹੀ ਸਮਝਦਾ, ਹਾਈ ਲੈਵਲ ਲੈਂਗੁਏਜ ਕੰਪਿਊਟਰ ਨੂੰ ਸਮਝ ਨਹੀਂ ਆਉਂਦੀ। ਤਾਂ ਫਿਰ ਹਾਈ ਲੈਵਲ ਨੂੰ ਲੋ 'ਚ ਕਨਵਰਟ ਕਰਨ ਦੇ ਲਈ ਟਰਾਂਸਲੇਟਰ ਵਰਤੇ ਜਾਂਦੇ ਨੇ। ਉਹ ਟਰਾਂਸਲੇਟਰ 3 ਤਰ੍ਹਾਂ ਦੇ ਨੇ, ਕੰਪਾਈਲਰ, ਇੰਟਰਪ੍ਰੇਟਰ ਤੇ ਅਸੈਂਬਲਰ। ਤਾਂ ਜਿਹੜੇ ਕੰਪਾਈਲਰ ਤੇ ਇੰਟਰਪ੍ਰੇਟਰ ਨੇ, ਇਹਨਾਂ ਦੋ ਦਾ ਕੀ ਕੰਮ ਹੈ? ਇਹ ਹਾਈ ਲੈਵਲ ਨੂੰ ਕਾਹਦੇ 'ਚ ਕਨਵਰਟ ਕਰਦੇ ਨੇ? ਲੋ ਲੈਵਲ ਦੇ ਵਿੱਚ, ਇਹ ਦੋਨੋਂ। ਤੇ ਜਿਹੜਾ ਅਸੈਂਬਲਰ ਹੈ, ਇਹ ਕਰਦਾ ਅਸੈਂਬਲੀ ਲੈਂਗੁਏਜ ਨੂੰ ਲੋ ਲੈਵਲ ਲੈਂਗੁਏਜ ਦੇ ਵਿੱਚ। ਕਲੀਅਰ? ਸੋ ਇਹ ਇਹਨਾਂ ਦਾ ਕੰਮ ਹੈ। ਤਾਂ ਫਿਰ ਮੇਨ ਆਨਸਰ ਕੀ ਹੋਊਗਾ? ਕੰਪਾਈਲਰ। ਅਸੈਂਬਲਰ ਨਹੀਂ ਹੋਊਗਾ ਕਿਉਂਕਿ ਇਹ ਹਾਈ ਨੂੰ ਲੋ 'ਚ ਨਹੀਂ ਕਰਦਾ, ਇਹ ਅਸੈਂਬਲੀ ਨੂੰ ਲੋ 'ਚ ਕਰਦਾ। ਠੀਕ ਹੈ, ਅਗਲਾ ਕੁਐਸਚਨ ਬਹੁਤ ਵਧੀਆ ਕੁਐਸਚਨ ਹੈ, ਮੋਸਟਲੀ ਸਟੂਡੈਂਟ ਦਾ ਗਲਤ ਹੋਇਆ ਸੀ ਇਹ। ਕਹਿੰਦਾ ਹਾਈਪਰ ਟੈਕਸਟ ਪੇਜਸ ਦੈਟ ਆਰ ਮਿਕਸਡ ਵਿਦ ਅਦਰ ਮੀਡੀਆ ਲਾਈਕ ਗ੍ਰਾਫਿਕ, ਆਡੀਓ, ਵੀਡੀਓ ਐਕਸੈਟਰਾ ਆਰ ਕਾਲਡ
ਹਾਈਪਰਟੈਕਸਟ ਪੇਜਸ ਯਾਨੀ ਕਿ ਵੈਬ ਪੇਜਸ ਦੇ ਵਿੱਚ ਜੇ ਆਡੀਓ ਵੀਡੀਓ ਗ੍ਰਾਫਿਕਸ ਪਾ ਦਈਏ ਆਪਾਂ ਤਾਂ ਉਹ ਕੀ ਬਣ ਜਾਂਦਾ ਕਿ ਉਹ ਮਲਟੀਮੀਡੀਆ ਹੈ, ਹਾਈਪਰਲਿੰਕਰ ਤਾਂ ਨਹੀਂ ਹੈ। ਹਾਈਪਰਮੀਡੀਆ ਹੋ ਸਕਦਾ, ਹਾਈਪਰਲਿੰਕਸ ਵੀ ਨਹੀਂ ਹੈ, ਹੈ ਨਾ। ਸੋ ਇਹ ਬੜਾ ਡਾਊਟ ਹੈ ਵੀ ਮਲਟੀਮੀਡੀਆ ਕਿ ਹਾਈਪਰਮੀਡੀਆ। ਪਹਿਲਾਂ ਮੈਂ ਮਲਟੀਮੀਡੀਆ ਦੱਸਦਾ ਕੀ ਹੁੰਦਾ ਹੈ। ਮਲਟੀਮੀਡੀਆ ਬਹੁਤ ਸਾਰਾ ਮੀਡੀਆ, ਜਿਵੇਂ ਐਨੀਮੇਸ਼ਨ, ਕੰਪਿਊਟਰ, ਮਿਊਜ਼ਿਕ, ਵੀਡੀਓ, ਆਡੀਓ, ਈਮੇਲ, ਸਟ੍ਰੀਮਿੰਗ, ਗੇਮਿੰਗ, ਇੰਟਰਨੈਟ, ਇਹ ਸਾਰੀਆਂ ਚੀਜ਼ਾਂ ਜੇ ਆਪਾਂ ਜੋੜ ਦਈਏ ਤਾਂ ਉਹ ਕੀ ਹੁੰਦਾ, ਮਲਟੀਮੀਡੀਆ। ਬਟ ਹਾਈਪਰਮੀਡੀਆ ਦਾ ਮਤਲਬ ਕੀ ਹੁੰਦਾ, ਇਹ ਹੁੰਦੀ ਹੈ ਹਾਈਪਰਟੈਕਸਟ। ਹਾਈਪਰਟੈਕਸਟ ਕੀ ਹੁੰਦਾ, ਜਿੱਥੇ ਬਹੁਤ ਸਾਰੇ ਇੰਟਰਨੈਟ ਤੇ ਪੇਜਸ ਤੇ ਆਪਾਂ ਟੈਕਸਟ ਲਿਖੀ ਹੋਈ, ਉਹਨੂੰ ਆਪਾਂ ਕੀ ਬੋਲ ਦਿੰਦੇ ਆ, ਹਾਈਪਰਟੈਕਸਟ। ਜਿਹੜੇ ਲਿੰਕ ਬਣੇ ਹੋਏ ਨੇ ਕਾਹਦੇ ਨਾਲ ਬਣੇ ਨੇ, ਹਾਈਪਰ ਲਿੰਕ ਦੇ ਨਾਲ ਬਣੇ ਨੇ। ਆਪਾਂ ਪਿੱਛੇ ਕੁਐਸਚਨ ਵੀ ਕਰ ਚੁੱਕੇ ਹਾਂ। ਜਿਹੜਾ ਇੱਕ ਪੇਜ ਤੋਂ ਦੂਜੇ ਪੇਜ ਤੇ ਜਾਣ ਦਾ ਰਸਤਾ ਹੋਵੇ, ਲਿੰਕ ਹੋਵੇ, ਉਹਨਾਂ ਨੂੰ ਕੀ ਬੋਲ ਦਿੰਦੇ ਆ, ਹਾਈਪਰ ਲਿੰਕਸ। ਹੁਣ ਇੰਟਰਨੈਟ ਦੇ ਵਿੱਚ ਬਹੁਤ ਸਾਰੀ ਟੈਕਸਟ ਵੈਬ ਪੇਜਸ ਤੇ ਪਈ ਹੈ, ਬਹੁਤ ਸਾਰਾ ਡੇਟਾ ਪਿਆ, ਉਹਨਾਂ ਨੂੰ ਬੋਲ ਦਿੰਦੇ ਆ ਆਪਾਂ ਹਾਈਪਰ ਟੈਕਸਟ। ਜੇ ਇਸੇ ਡੇਟਾ ਦੇ ਵਿੱਚ ਫੋਟੋਆਂ ਵੀ ਪਾ ਦਈਏ, ਟੈਕਸਟ ਵੀ ਪਾ ਦਈਏ ਤੇ ਵੀਡੀਓ ਵੀ ਪਾ ਦਈਏ ਤਾਂ ਉਦੋਂ ਉਸ ਨੂੰ ਬੋਲ ਦਿੰਦੇ ਆ ਹਾਈਪਰ ਮੀਡੀਆ। ਹੁਣ ਹਾਈਪਰ ਮੀਡੀਆ ਤੇ ਮਲਟੀਮੀਡੀਆ ਦੇ ਵਿੱਚ ਫਰਕ ਕੀ ਹੈ? ਮਲਟੀਮੀਡੀਆ ਇਜ਼ ਐਨੀਥਿੰਗ that you can see and hear, where the hypermedia is something you can see and interact with the same time। ਤਾਂ ਹੁਣ ਅਸੀਂ YouTube ਤੇ ਹੈ, YouTube ਤੇ ਆਪਾਂ ਇੰਟਰੈਕਟ ਵੀ ਤਾਂ ਕਰ ਸਕਦੇ ਹਾਂ, ਹਨਾ। ਤਾਂ ਇਹ ਹੋ ਗਿਆ ਹਾਈਪਰ ਮੀਡੀਆ। ਜੇ ਅਸੀਂ ਵੀਡੀਓ ਆਪਣੇ ਫੋਨ 'ਚ ਦੇਖ ਰਹੇ ਹਾਂ, ਵੀਡੀਓ ਪਲੇਅਰ ਦੇ ਵਿੱਚ, ਉੱਥੇ ਤੁਸੀਂ ਇੰਟਰੈਕਟ ਨਹੀਂ ਕਰ ਸਕਦੇ, ਤੁਸੀਂ ਵੈਸੇ ਹੀ ਦੇਖ ਸਕਦੇ ਹੋ। ਤਾਂ ਫੋਨ ਦੇ ਵਿੱਚ ਜਿੰਨਾ ਵੀ ਕੰਮ ਹੁੰਦਾ ਉਹ ਹੁੰਦਾ ਮਲਟੀਮੀਡੀਆ, ਤੇ ਜਿਹੜਾ ਜਿੱਥੇ ਵੈਬਸਾਈਟ ਤੇ ਕੰਮ ਹੁੰਦਾ, ਜੇ ਉੱਥੇ ਆਡੀਓ ਵੀਡੀਓ ਪਈ ਹੈ ਤਾਂ ਉਹ ਹੁੰਦਾ ਹਾਈਪਰ ਮੀਡੀਆ। ਤਾਂ ਆਨਸਰ ਫਿਰ ਇਹਦਾ ਕੀ ਹੈ, ਹਾਈਪਰ ਮੀਡੀਆ। ਬਹੁਤ ਵਧੀਆ ਕੁਐਸਚਨ ਹੈ, ਧਿਆਨ ਨਾਲ ਕਰਨਾ ਹੈ। ਅਗਲਾ ਕੁਐਸਚਨ, ਦੇ ਕੰਬੀਨੇਸ਼ਨ ਆਫ 4 ਬਿਟਸ ਟਰਮਸ ਐਟ 4 ਬਿਟਸ ਦੇ। ਤਾਂ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਬਿਟ, ਨਿਬਲ, ਬਾਈਟ, ਕਿਲੋਬਾਈਟ, ਮੈਗਾਬਾਈਟ, ਗੀਗਾਬਾਈਟ, ਟੈਰਾਬਾਈਟ, ਤੇ ਉਸ ਤੋਂ ਬਾਅਦ ਪੈਟਾਬਾਈਟ, ਐਗਜ਼ਾਬਾਈਟ, ਜੈਟਾਬਾਈਟ ਤੇ ਯੋਟਾਬਾਈਟ, ਵਾਈ ਨਾਲ ਯੋਟਾਬਾਈਟ। ਇਹ ਲਾਸਟ ਵਾਲਿਆਂ ਨੂੰ ਪੈਜੀ ਦੇ ਨਾਮ ਨਾਲ ਯਾਦ ਰੱਖਣਾ ਆਪਾਂ, PEZY, ਪੀ ਤੇ ਪੈਟਾਬਾਈਟ, ਈ ਤੇ ਐਗਜ਼ਾਬਾਈਟ, ਜ਼ੈਡ ਤੇ ਯੋਟਾਬਾਈਟ, ਸੌਰੀ ਜ਼ੈਡ ਤੇ ਜੈਟਾਬਾਈਟ, ਵਾਈ ਤੇ ਯੋਟਾਬਾਈਟ। ਬਿਟ ਦੀ ਵੈਲਿਊ 0 ਜਾਂ 1 ਹੋ ਸਕਦੀ ਹੈ। ਨਿਬਲ ਹੁੰਦਾ ਕੰਬੀਨੇਸ਼ਨ ਆਫ 4 ਬਿਟਸ, ਠੀਕ ਹੈ। ਬਾਈਟਸ ਕਿਹਦੇ ਬਰਾਬਰ ਹੁੰਦਾ, ਕੰਬੀਨੇਸ਼ਨ ਆਫ 8 ਬਿਟਸ। ਤੇ 1 ਕਿਲੋਬਾਈਟ ਕਿਹਦੇ ਬਰਾਬਰ ਹੁੰਦਾ, 1 KB ਆਪਾਂ ਨੂੰ ਪਤਾ ਹੈ 1024 ਬਾਈਟਸ ਦੇ। ਸਿਮਿਲਰਲੀ 1 MB ਕਿਹਦੇ ਬਰਾਬਰ ਹੁੰਦਾ, 1024 KB ਦੇ। ਉਵੇਂ 1 GB ਬਰਾਬਰ ਹੈ 1024 MB ਦੇ, ਯਾਨੀ ਕਿ ਪਿੱਛੇ ਵਾਲੇ ਦੇ ਚੱਲੀ ਜਾਊਗਾ। ਜਿਵੇਂ 1 TB ਹੈ 1024 GB ਦੇ, 1 PB ਹੈ 1024 TB ਦੇ, 1 ਯੋਟਾਬਾਈਟ ਬਰਾਬਰ ਹੈ 1024 ਜੈਟਾਬਾਈਟ ਦੇ। ਸੋ ਇਸ ਤਰ੍ਹਾਂ ਕਰਕੇ ਕੰਮ ਹੋਊਗਾ, ਠੀਕ ਹੈ। ਤਾਂ ਜੇ ਕੁਐਸਚਨ ਪੁੱਛ ਲਿਆ ਵੀ ਸਮੋਲੈਸਟ ਯੂਨਿਟ ਆਫ ਮੈਮਰੀ, ਤਾਂ ਆਨਸਰ ਹੋ ਜਾਊਗਾ ਬਿਟ। ਜੇ ਹੁਣ ਇੱਥੇ ਪੁੱਛ ਲਿਆ 4 ਬਿਟਸ ਦੇ ਕੰਬੀਨੇਸ਼ਨ ਨੂੰ ਅਸੀਂ ਕੀ ਕਹਿੰਦੇ, ਨਿਬਲ, ਤਾਂ B ਆਨਸਰ ਹੈ। ਜਾਂ ਇਹਨਾਂ ਦੇ ਵਿੱਚੋਂ 3 ਟਰਮਾਂ ਦੇ ਕੇ, ਆਹ ਟਰਮਾਂ 4 ਦੇ ਕੇ, ਆਪਸ਼ਨ A B C D ਪੁੱਛ ਲੂਗਾ ਇਹਦੇ ਚੋਂ ਲਾਰਜੈਸਟ ਕਿਹੜਾ, ਟੈਰਾਬਾਈਟ, ਸਮੋਲੈਸਟ ਕਿਹੜਾ, ਕਿਲੋਬਾਈਟ, ਸੈਕੰਡ ਲਾਰਜੈਸਟ ਗੀਗਾਬਾਈਟ। ਜਾਂ 4 ਦੇ ਕੇ ਇਹਨਾਂ ਨੂੰ ਅਰੇਂਜ ਦੀ ਇਨਕਰੀਜ਼ਿੰਗ ਆਰਡਰ ਆਫ ਦੇਅਰ ਕੈਪੈਸਿਟੀ, ਅਰੇਂਜ ਦੀ ਡਿਕਰੀਜ਼ਿੰਗ ਆਰਡਰ, ਅਸੈਂਡਿੰਗ ਡਿਸੈਂਡਿੰਗ, ਕੁਝ ਵੀ ਹੋ ਸਕਦਾ, ਠੀਕ ਹੈ। ਤੁਸੀਂ ਦੇਖ ਲੈਣਾ, ਮਤਲਬ ਇਸ ਤਰ੍ਹਾਂ ਦਾ ਕੁਐਸਚਨ ਪੁੱਛਿਆ ਜਾ ਸਕਦਾ। C ਆਨਸਰ, ਸੌਰੀ B ਆਨਸਰ ਨਿਬਲ। ਅਗਲਾ ਕਹਿੰਦਾ ਡੇਟਾ that can be sent in either direction but not simultaneously is called। ਕਹਿੰਦਾ ਡੇਟਾ ਅਸੀਂ ਕਿਸੇ ਵੀ ਡਾਇਰੈਕਸ਼ਨ 'ਚ ਸੈਂਡ ਕਰ ਸਕਦੇ ਹਾਂ, ਬਟ ਸਾਈਮਲਟੇਨੀਅਸ ਨਹੀਂ ਬੋਲਦੇ, ਸੈਂਡ ਕਰ ਸਕਦੇ, ਉਹਨੂੰ ਕੀ ਬੋਲਦੇ ਆ, ਫੁੱਲ ਡੁਪਲੈਕਸ, ਸਿੰਪਲੈਕਸ, ਹਾਫ ਡੁਪਲੈਕਸ ਤੇ ਡੁਪਲੈਕਸ। ਇਹ ਆਪਾਂ ਸਾਰੇ ਕਰਦੇ ਹਾਂ। ਕੀ ਹੁੰਦੇ, ਟਰਾਂਸਮਿਸ਼ਨ ਮੋਡ ਹੁੰਦੇ ਨੇ ਜਿਹੜੇ 3 ਤਰ੍ਹਾਂ ਦੇ ਹੁੰਦੇ ਨੇ, ਸਿੰਪਲੈਕਸ, ਹਾਫ ਸਿੰਪਲੈਕਸ, ਸੌਰੀ ਹਾਫ ਡੁਪਲੈਕਸ ਆਉਣਾ ਸੀ ਇੱਥੇ, ਮੇਰੀ ਥੋੜੀ ਜਿਹੀ ਗਲਤੀ ਹੋ ਗਈ, ਹਾਫ ਡੁਪਲੈਕਸ ਤੇ ਫੁੱਲ ਡੁਪਲੈਕਸ। ਇੱਥੇ ਵੀ ਥੋੜਾ ਜਿਹੀ ਗੜਬੜ ਹੋ ਗਈ, ਫੁੱਲ ਡੁਪਲੈਕਸ। ਇਹ ਮੈਂ ਚਲੋ ਅਪਡੇਟ ਕਰ ਦੂੰਗਾ, ਇੱਕ ਵਾਰੀ ਤੁਸੀਂ ਕਰ ਲਿਓ। ਸਿੰਪਲੈਕਸ, ਹਾਫ ਡੁਪਲੈਕਸ, ਫੁੱਲ ਡੁਪਲੈਕਸ, ਇਹਨੂੰ ਕੱਲਾ ਡੁਪਲੈਕਸ ਵੀ ਕਿਹਾ ਜਾਂਦਾ, ਠੀਕ ਹੈ। 3 ਤਰ੍ਹਾਂ ਦੇ ਹੁੰਦੇ ਨੇ। ਸਿੰਪਲੈਕਸ ਦੇ ਵਿੱਚ ਕੀ ਹੁੰਦਾ, ਡੇਟਾ ਇੱਕ ਸਾਈਡ ਤੇ ਹੀ ਜਾਂਦਾ, ਸਿਰਫ ਕੰਪਿਊਟਰ ਤੋਂ ਲੈ ਕੇ, ਪਹਿਲੇ ਕੰਪਿਊਟਰ ਤੋਂ ਆਹ ਸੋਰਸ ਹੈਗਾ ਭੇਜਣ ਵਾਲਾ, ਆਹ ਹੈਗਾ ਰਿਸੀਵਰ ਜਾਂ ਸੋਰਸ, ਇਹਨੂੰ ਸੈਂਡਰ ਕਹਿ ਸਕਦੇ ਆ, ਇਹਨੂੰ ਸਿੰਕ ਬੋਲਦੇ ਆ ਆਪਾਂ, ਠੀਕ ਹੈ। ਜਿਵੇਂ ਆਪਾਂ ਸਿੰਕ ਦੇ ਵਿੱਚ ਘਰੇ ਪਾਣੀ ਜਾਂਦਾ, ਉਵੇਂ ਹੀ ਹੈ। ਸੋਰਸ ਤੇ ਰਿਸੀਵਰ, ਸੈਂਡਰ ਤੇ ਸਿੰਕ ਵੀ ਬੋਲ ਸਕਦੇ ਆ।
ਡੇਟਾ ਆਹੀ ਕੰਪਿਊਟਰ ਇੱਕ ਸਾਈਡ ਤੋਂ ਇੱਥੋਂ ਆਹੀ ਇਹਨੂੰ ਭੇਜ ਸਕਦਾ, ਇਹਨੂੰ ਵਾਪਸ ਨਹੀਂ ਭੇਜ ਸਕਦਾ। ਇਹਦੀਆਂ ਐਗਜ਼ਾਮਪਲ ਕਿਹੜੀਆਂ ਨੇ, ਜਿਵੇਂ ਰੇਡੀਓ ਹੋ ਗਿਆ, ਟੀਵੀ ਹੋ ਗਿਆ, ਕੀਬੋਰਡ ਹੋ ਗਿਆ, ਮਾਊਸ ਹੋ ਗਿਆ। ਇਹ ਸਾਰੇ ਕਿਹੜੇ ਕਮਿਊਨੀਕੇਸ਼ਨ ਨੇ, ਇਹ ਆਪਣੇ ਕੋਲੇ ਆਪਾਂ ਕਹਿ ਸਕਦੇ ਹਾਂ ਵੀ ਸਿੰਪਲੈਕਸ ਨੇ, ਇੱਕ ਸਾਈਡ ਤੋਂ ਹੀ ਜਾ ਸਕਦਾ। ਹੁਣ ਟੀਵੀ ਤੇ ਆਪਾਂ ਨੂੰ ਕੁਛ ਆ ਰਿਹਾ, ਆਪਾਂ ਕਮੈਂਟ ਨਹੀਂ ਨਾ ਕਰ ਸਕਦੇ। ਜੇ ਟੀਵੀ ਤੇ ਅੱਜ ਕੱਲ੍ਹ ਤਾਂ YouTube ਚੱਲਣ ਲੱਗ ਗਿਆ ਨਾ, ਉੱਥੇ ਤਾਂ ਕਰ ਸਕਦੇ, ਉਹ ਵੱਖਰੀ ਗੱਲ ਆ। ਸੋ ਇਹ ਸਿੰਪਲੈਕਸ ਹੈ। ਫੁੱਲ ਡੁਪਲੈਕਸ ਦੇ ਵਿੱਚ ਕੀ ਹੁੰਦਾ, ਦੋਨੋਂ ਸਾਈਡ ਤੇ ਦੋਨੋਂ ਇੱਧਰ ਨੂੰ ਭੇਜ ਸਕਦੇ ਨੇ, ਇੱਧਰ ਵੀ ਜਾ ਰਿਹਾ ਇੱਧਰ ਵੀ ਜਾ ਰਿਹਾ, ਕੋਈ ਦਿੱਕਤ ਨਹੀਂ ਹੈ। ਤਾਂ ਇਹ ਮੋਬਾਈਲ ਫੋਨ ਆਪਣੇ ਕੋਲੇ, ਟੈਲੀਫੋਨ ਤੇ ਮੋਬਾਈਲ ਫੋਨ ਇਹਦੀਆਂ ਐਗਜ਼ਾਮਪਲਸ ਨੇ, ਠੀਕ ਹੈ। ਇਹ ਫੁੱਲ ਡੁਪਲੈਕਸ ਹੈ ਵੀ ਦੋਨੋਂ ਸਾਈਡ ਤੇ ਡੇਟਾ ਦੋਨੇ ਪਾਸੇ ਜਾ ਸਕਦਾ, ਠੀਕ ਆ। ਤੇ ਹਾਫ ਡੁਪਲੈਕਸ ਹੈ। ਹਾਫ ਡੁਪਲੈਕਸ ਦੇ ਵਿੱਚ ਜੇ ਆਹ ਵਾਲਾ ਹੈ, ਜਦੋਂ ਇਹ ਸੈਂਡ ਕਰ ਰਿਹਾ ਉਦੋਂ ਦੂਜਾ ਨਹੀਂ ਕਰ ਰਿਹਾ, ਕਿਉਂਕਿ ਰਸਤਾ ਤਾਂ ਇੱਕੋ ਹੀ ਹੈ। ਸਿੰਪਲੈਕਸ ਦੇ ਵਿੱਚ ਆਪਾਂ ਕੀ ਦੇਖਿਆ ਸੀ, ਇੱਕੋ ਹੀ ਭੇਜ ਸਕਦਾ ਸੀ। ਇੱਧਰ ਭੇਜ ਦੋਨੋਂ ਹੀ ਸਕਦੇ ਨੇ, ਬਟ ਜਦੋਂ ਇੱਕ ਭੇਜ ਰਿਹਾ ਦੂਜਾ ਵੇਟ ਕਰੂਗਾ। ਤਾਂ ਪਹਿਲਾਂ ਭੇਜ ਰਿਹਾ ਸੀ, ਹੁਣ ਦੂਜਾ ਭੇਜ ਰਿਹਾ ਤਾਂ ਪਹਿਲਾਂ ਵੇਟ ਕਰ ਰਿਹਾ। ਇਹਨੂੰ ਅਸੀਂ ਬੋਲ ਦਿੰਦੇ ਹਾਂ ਹਾਫ ਡੁਪਲੈਕਸ, ਹੈ ਨਾ। ਤੇ ਜੇ ਇਹ ਬੰਦੇ ਇਕੱਠੇ ਸੈਂਡ ਕਰਨ ਲੱਗ ਜਾਣਗੇ ਤਾਂ ਦਿੱਕਤ ਆ ਜੂਗੀ, ਕੋਲੀਜ਼ਨ ਹੋ ਜੂਗਾ, ਦੋਨੇ ਨਹੀਂ ਸੈਂਡ ਕਰ ਪਾਉਣਗੇ, ਹੈ ਨਾ। ਤਾਂ ਇਸ ਦੀਆਂ ਐਗਜ਼ਾਮਪਲ ਕਿਹੜੀਆਂ ਨੇ, ਸਿਟੀਜ਼ਨ, ਬੈਂਡ ਰੇਡੀਓ ਤੇ ਵਾਕੀ ਟੋਕੀ, ਇਹਦੀਆਂ ਐਗਜ਼ਾਮਪਲਸ ਨੇ। ਤਾਂ ਹੁਣ ਆਪਾਂ ਨੂੰ ਪੁੱਛਿਆ ਡੇਟਾ ਦੈਟ ਕੈਨ ਬੀ ਸੈਂਟ ਇਨ ਆਈਦਰ ਡਾਇਰੈਕਸ਼ਨ ਬਟ ਨੋਟ ਸਾਈਮਲਟੇਨੀਅਸਲੀ। ਆਹ ਦੇਖੋ, ਆ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ ਹੈ, ਸਾਈਮਲਟੇਨੀਅਸਲੀ ਇਕੱਠਾ ਨਹੀਂ ਕਰ ਸਕਦੇ। ਤਾਂ ਫਿਰ ਆਨਸਰ ਕੀ ਹੋ ਜਾਊਗਾ, ਹਾਫ ਡੁਪਲੈਕਸ ਕਮਿਊਨੀਕੇਸ਼ਨ। ਸੌਖਾ ਹੀ ਸੀ ਨਾ ਕੰਮ। ਅਗਲਾ ਕੁਐਸਚਨ, ਲਾਈਫਾਈ ਸਟੈਂਡਸ ਫॉर। ਲਾਈਫਾਈ ਆਪਾਂ ਨੂੰ ਪਤਾ ਜਿਵੇਂ ਵਾਈਫਾਈ ਹੁੰਦਾ ਹੈ ਨਾ, ਵਾਈਫਾਈ ਦੀ ਐਬਰੀਵੇਸ਼ਨ ਹੁੰਦੀ ਆ ਵਾਇਰਲੈਸ ਫਿਡਲਿਟੀ, ਉਵੇਂ ਇਹਦੀ ਹੁੰਦੀ ਹੈ ਲਾਈਟ ਫਿਡਲਿਟੀ, ਠੀਕ ਹੈ, ਯਾਦ ਰੱਖ ਲੈਣੀ। ਅਗਲਾ ਕੁਐਸਚਨ ਹੈ, ਦੀ ਸੌਫਟਵੇਅਰ ਦੈਟ ਅਨੇਬਲਸ ਏ ਯੂਜ਼ਰ ਟੂ ਅਕੰਪਲਿਸ਼ ਦੇਅਰ ਰਿਕੁਆਇਰਡ ਟਾਸਕ ਇਜ਼। ਕਹਿੰਦਾ ਸੌਫਟਵੇਅਰ ਉਹ ਵਾਲਾ ਸੌਫਟਵੇਅਰ ਜਿਹੜਾ ਯੂਜ਼ਰ ਨੂੰ ਅਨੇਬਲ ਕਰਦਾ ਵੀ ਉਹ ਆਪਦਾ ਰਿਕੁਆਇਰਡ ਟਾਸਕ ਅਚੀਵ ਕਰ ਲੇ, ਉਹਨੂੰ ਕੀ ਬੋਲਦੇ ਆ, ਐਡੀਟਰ ਨਹੀਂ ਬੋਲਦੇ, ਆਪਰੇਟਿੰਗ ਸਿਸਟਮ ਵੀ ਨਹੀਂ ਹੈ, ਸਿਸਟਮ ਸੌਫਟਵੇਅਰ ਤੇ ਐਪਲੀਕੇਸ਼ਨ ਸੌਫਟਵੇਅਰ, ਇਹਨਾਂ ਚੋਂ ਹੋ ਸਕਦਾ ਹੈ। ਆਪਰੇਟਿੰਗ ਸਿਸਟਮ ਕੀ ਹੁੰਦਾ ਹੈ, ਇਹ ਯੂਜ਼ਰ ਦੀਆਂ ਰਿਕੁਆਇਰਮੈਂਟ ਪੂਰੀਆਂ ਨਹੀਂ ਕਰਦਾ, ਇਹ ਸਿਸਟਮ ਨੂੰ ਚਲਾਉਂਦਾ ਹੈ, ਕੰਪਿਊਟਰ ਨੂੰ ਚਲਾਉਂਦਾ ਹੈ, ਜਿਹੜਾ ਇੰਟਰਫੇਸ ਐਕਟ ਕਰਦਾ ਬਿਟਵੀਨ ਯੂਜ਼ਰ ਤੇ ਹਾਰਡਵੇਅਰ 'ਚ। ਇਹ ਕਹਿ ਲਓ ਆਪਰੇਟਿੰਗ ਸਿਸਟਮ ਹਾਰਡਵੇਅਰ ਨੂੰ ਮੈਨੇਜ ਕਰਦਾ, ਠੀਕ ਹੈ। ਸੋ ਆਪਣੇ ਕੋਲੇ ਕੰਪਿਊਟਰ ਦੇ ਵਿੱਚ ਇੱਕ ਹਾਰਡਵੇਅਰ ਹੁੰਦਾ, ਇੱਕ ਸੌਫਟਵੇਅਰ ਹੁੰਦਾ। ਹਾਰਡਵੇਅਰ ਦੇ ਵਿੱਚ ਇਨਪੁਟ ਆਊਟਪੁੱਟ ਡਿਵਾਈਸ, ਸੈਕੰਡਰੀ ਸਟੋਰੇਜ, ਇੰਟਰਨਲ ਕੰਪੋਨੈਂਟ, ਇਹ ਸਾਰੇ ਕੀ ਨੇ, ਹਾਰਡਵੇਅਰ ਨੇ। ਸੌਫਟਵੇਅਰ ਦੋ ਤਰ੍ਹਾਂ ਦੇ ਹੁੰਦੇ ਨੇ, ਸਿਸਟਮ ਸੌਫਟਵੇਅਰ ਤੇ ਐਪਲੀਕੇਸ਼ਨ ਸੌਫਟਵੇਅਰ। ਸਿਸਟਮ ਸੌਫਟਵੇਅਰ ਕਿਹੜੇ ਹੁੰਦੇ ਨੇ, ਜਿਹੜੇ ਸਿਸਟਮ ਨੂੰ ਚਲਾਉਣ ਲਈ ਵਰਤੇ ਜਾਂਦੇ ਨੇ, ਜਿਵੇਂ ਆਪਰੇਟਿੰਗ ਸਿਸਟਮ ਵੀ ਸਿਸਟਮ ਸੌਫਟਵੇਅਰ ਹੈ, ਕੰਪਾਈਲਰ, ਇੰਟਰਪ੍ਰੇਟਰ, ਅਸੈਂਬਲਰ, ਇਹ ਆਪਾਂ ਹੁਣੀ ਪੜ੍ਹ ਕੇ ਆਏ ਆ। ਇਹ ਕੀ ਕਰਦੇ ਨੇ, ਪਹਿਲੇ ਦੋ ਵਾਲੇ ਕੰਪਾਈਲਰ ਤੇ ਇੰਟਰਪ੍ਰੇਟਰ ਹਾਈ ਲੈਵਲ ਲੈਂਗੁਏਜ ਨੂੰ ਲੋ ਲੈਵਲ ਦੇ ਵਿੱਚ ਕਨਵਰਟ ਕਰਦੇ ਨੇ, ਤੇ ਤੀਸਰਾ ਜਿਹੜਾ ਹੈ ਇਹ ਅਸੈਂਬਲੀ ਲੈਂਗੁਏਜ ਨੂੰ ਲੋ ਲੈਵਲ ਦੇ ਵਿੱਚ ਕਨਵਰਟ ਕਰਦੇ ਨੇ। ਤਾਂ ਇਹ ਸਿਸਟਮ ਦਾ ਕੰਮ ਕਰਦੇ ਨੇ ਸਾਰਾ। ਬੇਸ਼ੱਕ ਯੂਜ਼ਰ ਹੀ ਲਿਖਦਾ ਪ੍ਰੋਗਰਾਮ, ਪਰ ਸਿਸਟਮ ਦੇ ਲਈ ਵਰਤੇ ਜਾਂਦੇ ਨੇ। ਜਿਵੇਂ ਯੂਟਿਲਿਟੀ ਸੌਫਟਵੇਅਰ ਤੇ ਇਹਨਾਂ ਨੂੰ ਸਰਵਿਸ ਪ੍ਰੋਗਰਾਮ ਵੀ ਬੋਲਦੇ ਨੇ। ਯੂਟਿਲਿਟੀ ਸੌਫਟਵੇਅਰ ਕਿਹੜੇ ਹੁੰਦੇ ਨੇ, ਜਿਵੇਂ ਐਂਟੀਵਾਇਰਸ ਹੋ ਗਿਆ, ਫਾਈਲ ਮੈਨੇਜਮੈਂਟ ਟੂਲ ਹੋ ਗਿਆ, ਕੰਪਰੈਸ਼ਨ, ਡਿਸਕ ਮੈਨੇਜਮੈਂਟ। ਕੰਪਰੈਸ਼ਨ ਦੇ ਵਿੱਚ ਫਾਈਲਾਂ ਦਾ ਸਾਈਜ਼ ਘਟਾਉਣਾ, ਜਿਵੇਂ ਈਮੇਲ ਦੇ ਵਿੱਚ ਮੈਕਸਿਮਮ ਆਪਾਂ 25 MB ਦੀ ਫਾਈਲ ਭੇਜ ਸਕਦੇ ਹਾਂ। ਜੇ 30 MB ਦੀ ਫਾਈਲ ਹੈ ਤਾਂ ਉੱਥੇ ਕੰਪਰੈਸ਼ਨ ਟੂਲ ਵਰਤ ਕੇ ਆਪਾਂ ਉਹਨੂੰ ਭੇਜ ਸਕਦੇ ਹਾਂ। ਤੇ ਇਹ ਵਾਲੇ ਸਾਰੇ ਸੌਫਟਵੇਅਰ ਕਿਹੜੇ ਨੇ, ਸਿਸਟਮ ਸੌਫਟਵੇਅਰ ਨੇ। ਤਾਂ ਇਹ ਮੈਂ ਪੂਰਾ ਡਿਟੇਲ ਦੇ ਵਿੱਚ ਜਿਹੜੀ ਆਪਣੀ ਸੀਰੀਜ਼ ਚੱਲ ਰਹੀ ਹੈ ਗ੍ਰੈਂਡ ਸੀਰੀਜ਼ ਫॉर ਆਲ ਕੰਪੀਟੀਟਿਵ ਐਗਜ਼ਾਮ, ਉਹਦੇ ਵਿੱਚ ਸੈਕਿੰਡ ਚੈਪਟਰ ਦੇ ਵਿੱਚ ਮੈਂ ਇਹ ਚੀਜ਼ਾਂ ਡਿਟੇਲ 'ਚ ਦੱਸੀਆਂ ਹੋਈਆਂ ਨੇ, ਤਾਂ ਮੈਰਾਥਨ ਦੇ ਵਿੱਚ ਵੀ ਦੱਸੀਆਂ ਹੋਈਆਂ ਨੇ। ਤਾਂ ਇੱਥੇ ਮੈਂ ਰਿਪੀਟ ਨਹੀਂ ਕਰੂੰਗਾ, ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਇੱਥੇ ਮੈਂ ਉਨੀ ਡਿਟੇਲ 'ਚ ਜਾਣ ਦੀ ਲੋੜ ਨਹੀਂ ਆਪਾਂ ਨੂੰ। ਐਪਲੀਕੇਸ਼ਨ ਸੌਫਟਵੇਅਰ ਕਿਹੜੇ ਹੁੰਦੇ ਨੇ, ਜਿਹੜੇ ਯੂਜ਼ਰ ਦੀ ਨੀਡ ਨੂੰ ਪੂਰਾ ਕਰਦੇ ਨੇ, ਕਿਸੇ ਪਰਟੀਕੂਲਰ ਇਨਵਾਇਰਨਮੈਂਟ ਦੇ ਲਈ ਬਣਾਏ ਜਾਂਦੇ ਨੇ, ਕਿਸੇ ਸਿੰਗਲਟਨ ਫੰਕਸ਼ਨ ਦੇ ਲਈ ਹੁੰਦੇ ਨੇ। ਜਿਵੇਂ ਸਕਾਈਪ ਹੈ, ਪੇਰੋਲ ਹੈ, ਮਾਈਕਰੋਸਾਫਟ ਵਰਡ, ਐਕਸਲ, ਪਾਵਰ ਪੁਆਇੰਟ, ਸਾਰੇ ਕੀ ਨੇ, ਇਹ ਐਪਲੀਕੇਸ਼ਨ। ਤਾਂ ਹੁਣ ਯੂਜ਼ਰ ਦੀ ਰਿਕੁਆਇਰਮੈਂਟ ਅਕੰਪਲਿਸ਼ ਕਰਨ ਲਈ ਜਿਹੜਾ ਟਾਸਕ ਪਰਫਾਰਮ ਕਰਦੇ ਨੇ ਉਹ ਐਪਲੀਕੇਸ਼ਨ ਸੌਫਟਵੇਅਰ ਨੇ, ਠੀਕ ਹੈ। ਸੋ ਇਹ ਸੀਗੇ 2019 ਦੇ ਕੁਐਸਚਨ ਜਿਹੜੇ ਆਪਾਂ ਦੇਖੇ ਨੇ NBS ਦੇ ਨਵੋਦਿਆ ਵਿਦਿਆਲਿਆ ਸਮਿਤੀ ਦੇ। ਹੁਣ ਆਪਾਂ ਦੇਖਦੇ ਹਾਂ 2016 ਦੇ ਕੁਐਸਚਨ, ਠੀਕ ਹੈ। ਇਹਦੇ ਵਿੱਚ ਵੀ ਇਹ ਥੋੜੇ ਜਿਹੇ ਵਿੰਗੇ ਟੇਢੇ ਜਿਹੇ ਆਏ ਸੀ, ਕਿਉਂਕਿ ਹੁਣ ਪੈਟਰਨ ਵੀ ਬਦਲ ਗਿਆ। ਹੁਣ ਮੈਨੂੰ ਲੱਗਦਾ ਨਹੀਂ ਵੀ ਇਸ ਤਰ੍ਹਾਂ ਦੇ ਪੁੱਛੇ ਜਾਣਗੇ, ਪਰ ਆਪਾਂ ਛੱਡ ਕੇ ਨਹੀਂ ਜਾਣੇ, ਠੀਕ ਹੈ। ਸੋ ਜਿਵੇਂ ਪਹਿਲਾ ਕੁਐਸਚਨ ਹੈ, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਵੈਬ ਬਰਾਊਜ਼ਰ। ਕਿਹੜਾ ਵੈਬ ਬਰਾਊਜ਼ਰ ਨਹੀਂ ਹੈ, ਇੰਟਰਨੈਟ ਐਕਸਪਲੋਰਰ, ਸਫਾਰੀ, ਅਪਾਚੇ, ਫਾਇਰਫੌਕਸ। ਸੋ ਜਿਵੇਂ ਆਹ ਵੈਬ ਬਰਾਊਜ਼ਰ ਨੇ, ਕ੍ਰੋਮ, ਸਫਾਰੀ, UC, ਫਾਇਰਫੌਕਸ, ਇੰਟਰਨੈਟ ਐਕਸਪਲੋਰਰ, ਇਹ ਸਾਰੇ ਵੈਬ ਬਰਾਊਜ਼ਰ ਨੇ। ਤਾਂ ਯਾਦ ਰੱਖਣਾ, ਵੈਬ ਬਰਾਊਜ਼ਰ ਇੱਕ ਐਪਲੀਕੇਸ਼ਨ ਪ੍ਰੋਗਰਾਮ ਹੈ ਜਿਹੜਾ ਯੂਜ਼ਰ ਨੂੰ ਇੰਟਰਨੈਟ ਸਰਫ ਕਰਨ ਦੇ ਲਈ ਪ੍ਰੋਵਾਈਡ ਕੀਤਾ ਜਾਂਦਾ। ਤਾਂ ਫਸਟ ਵੈਬ ਬਰਾਊਜ਼ਰ ਸੀ ਜਿਹੜਾ, ਉਹਦਾ ਨਾਮ ਸੀਗਾ ਵਰਲਡ ਵਾਈਡ ਵੈਬ।
1990 ਚ ਬਣਿਆ ਸੀ। ਕਿਹਨੇ ਬਣਾਇਆ ਸੀ ਇਹ? ਟਿਮ ਬਰਨਰ ਲੀ ਨੇ। ਟਿਮ ਬਰਨਰ ਲੀ ਯਾਦ ਰੱਖਣਾ। ਤੇ ਫਿਰ ਇਹਦਾ ਨਾਮ ਸੀ ਜਿਹੜਾ ਚੇਂਜ ਕਰਤਾ ਸੀ। ਕਿਉਂ ਚੇਂਜ ਕਰਤਾ ਸੀ? ਕਿਉਂਕਿ ਜਿਹੜਾ ਵਰਲਡ ਵਾਈਡ ਵੈਬ ਸੀ, ਆਹ ਵਾਲਾ ਕੰਟੇਨਰ ਜਿਹੜੀਆਂ ਸਾਰੀਆਂ ਵੈਬਸਾਈਟਾਂ ਨੂੰ ਹੋਲਡ ਕਰਕੇ ਰੱਖਦਾ, ਇਹਦੇ ਨਾਲ ਇਹਦਾ ਕਲੈਸ਼ ਹੋ ਗਿਆ ਸੀ। ਇਹ ਵੀ 1989 ਦੇ ਵਿੱਚ ਟਿਮ ਬਰਨਰ ਲੀ ਨੇ ਹੀ ਬਣਾਇਆ ਸੀ ਵਰਲਡ ਵਾਈਡ ਵੈਬ। ਇਸ ਬੰਦੇ ਨੇ ਬਰਾਊਜ਼ਰ ਵੀ ਇਸੇ ਨਾਮ ਦੇ ਰੱਖਤਾ। ਫਿਰ 1990 ਚ ਦੋਨਾਂ ਦਾ ਸੇਮ ਨਾਮ ਹੋ ਗਿਆ, ਤਾਂ ਫਿਰ ਇਹਨੇ ਬਦਲਤਾ ਨੈਕਸਿਸ। ਠੀਕ ਹੈ, ਇਹ ਸੀਗਾ ਪਹਿਲਾ ਬਰਾਊਜ਼ਰ। ਜੇ ਪਹਿਲਾਂ GUI ਪੁੱਛ ਲਏ ਫਿਰ ਮੋਇਸਿਕ ਹੈ। ਫਸਟ GUI ਬਰਾਊਜ਼ਰ, ਗ੍ਰਾਫਿਕਲ ਯੂਜ਼ਰ ਇੰਟਰਫੇਸ ਸੀਗਾ, ਮੋਇਸਿਕ ਹੈ, ਯਾਦ ਰੱਖਣਾ। ਠੀਕ ਹੈ, ਤਾਂ ਫਿਰ ਇਹ ਹੈਗੇ ਨੇ ਸਰਚ ਇੰਜਨ। ਸਰਚ ਇੰਜਨ ਕੀ ਹੁੰਦੇ ਨੇ? ਜਿਹਦੇ ਦੁਆਰਾ ਆਪਾਂ ਸਰਚ ਕਰਕੇ ਡੇਟਾ ਲੱਭ ਕੇ ਲੈ ਕੇ ਆਉਂਦੇ ਆ। ਜਿਵੇਂ ਗੂਗਲ ਸਰਚ ਇੰਜਨ ਹੈ, ਤੇ ਗੂਗਲ ਕਰੋਮ ਦੀ ਆਪਾਂ ਗੱਲ ਕਰਾਂਗੇ। ਜੇ ਗੂਗਲ ਕਰੋਮ ਕਹਿ ਦਾਂਗੇ ਫਿਰ ਬਰਾਊਜ਼ਰ ਹੈ, ਤੇ ਜੇ ਗੂਗਲ ਕਹਿ ਦਾਂਗੇ ਸਰਚ ਇੰਜਨ ਹੈ। ਯਾਹੂ, ਬਿੰਗ, ਯੈਂਡੈਕਸ, ਆਸਕ ਚਾਚਾ, ਡਕਡਕਗੋ, ਇੰਟਾਇਰ ਵੈਬ, ਮਾਈ ਵੈਬ ਸਰਚ, ਵਾਓ ਚਾਚਾ ਵਾਓ ਬਣ ਗਿਆ ਤਾਂ, ਇਨਫੋ ਤੇ ਗਲੈਕਸੀ, ਇਹ ਸਾਰੇ ਕੀ ਨੇ? ਸਰਚ ਇੰਜਨ ਨੇ। ਠੀਕ ਹੈ, ਸੋ ਆਪਾਂ ਨੂੰ ਪੁੱਛਿਆ ਵੀ ਜਿਹੜਾ ਵੈਬ ਬਰਾਊਜ਼ਰ ਨਹੀਂ ਹੈ, ਤਾਂ ਆਪਣੇ ਕੋਲੇ ਸੀ ਅਪਾਚੇ ਜਿਹੜਾ ਹੈ ਇਹ ਵੈਬ ਸਰਵਰ ਹੈ, ਇਟਸ ਨਾਟ ਏ ਵੈਬ ਬਰਾਊਜ਼ਰ। ਅਗਲਾ ਕਹਿੰਦਾ ਵੇਅਰ ਵਾਜ਼ ਇੰਡੀਆਜ਼ ਫਸਟ ਕੰਪਿਊਟਰ ਇੰਸਟਾਲਡ। ਇੰਡੀਆ ਦਾ ਪਹਿਲਾ ਕੰਪਿਊਟਰ ਕਿੱਥੇ ਇੰਸਟਾਲ ਹੋਇਆ ਸੀ? ਫਸਟ ਡਿਜੀਟਲ ਕੰਪਿਊਟਰ ਇੰਸਟਾਲਡ ਇਨ ਇੰਡੀਆ, ਜਿਹੜਾ ਬਿਲਡ ਸੀਗਾ HEC2M ਕੰਪਿਊਟਰ, ਇੰਸਟਾਲਡ ਇਨ ਇੰਡੀਅਨ ਸਟੈਟਿਸਟਿਕਲ ਇੰਸਟੀਟਿਊਟ ਕੋਲਕਾਤਾ 1955 ਦੇ ਵਿੱਚ। ਇਹ ਸੀਗਾ ਡਿਜੀਟਲ, ਤੇ ਜਿਹੜਾ ਪਹਿਲਾ ਐਨਾਲੌਗ ਸੀਗਾ ਉਹ 1953 ਦੇ ਵਿੱਚ ਬਣਿਆ ਸੀ। ਤੇ ਇੱਕ ਚੀਜ਼ ਹੋਰ ਦੇਖ ਲਓ, ਫਸਟ ਇਲੈਕਟ੍ਰੋਨਿਕ ਡਿਜੀਟਲ ਕੰਪਿਊਟਰ ਸੀ ਜਿਹੜਾ, ਆਹ ਡਿਜੀਟਲ ਤਾਂ ਸੀਗਾ, ਇਹ ਇਲੈਕਟ੍ਰੋਨਿਕ ਨਹੀਂ ਸੀ। ਤੇ ਜਿਹੜਾ ਇਲੈਕਟ੍ਰੋਨਿਕ ਡਿਜੀਟਲ ਕੰਪਿਊਟਰ ਸੀ ਟਿਫਰੈਕ ਸੀ। ਇਹ ਪੁੱਛਿਆ ਜਾ ਸਕਦਾ ਹੈ। ਟੇਟਾ ਨਹੀਂ ਹੈਗਾ, ਟਾਟਾ, ਸੌਰੀ, ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਨਹੀਂ ਹੈਗਾ, ਇਹ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਆਟੋਮੈਟਿਕ ਕੈਲਕੂਲੇਟਰ ਦਾ ਨਾਮ ਹੈ, ਟਿਫਰੈਕ 1960 ਦੇ ਵਿੱਚ। ਤੇ ਜਵਾਹਰ ਲਾਲ ਨਹਿਰੂ ਨੇ ਇਹਦਾ ਨਾਮ ਰੱਖਿਆ ਸੀਗਾ। ਫਸਟ ਜਨਰੇਸ਼ਨ ਮੇਨ ਫਰੇਮ ਕੰਪਿਊਟਰ ਸੀ ਇਹ। ਠੀਕ ਹੈ, ਤਾਂ ਬਟ ਆਹ ਟਿਫਰੈਕ ਸੀ, ਦੇਖੋ ਨਹਿਰੂ ਦੇਖੋ ਰੱਖ ਰਿਹਾ 1960 ਦੇ ਵਿੱਚ। ਤਾਂ ਆਪਾਂ ਨੂੰ ਪੁੱਛਿਆ ਵੀ ਕਿੱਥੇ ਇੰਸਟਾਲਡ ਸੀ, ਤਾਂ ਉਹ ਡੀ ਆਨਸਰ ਹੈ, ਇੰਡੀਅਨ ਸਟੈਟਿਸਟਿਕਲ ਇੰਸਟੀਚਿਊਟ ਕਲਕੱਤਾ। ਅਗਲਾ ਕੁਐਸਚਨ ਹੈ, ਕਹਿੰਦਾ ਵਿਚ ਵਾਜ਼ ਦੀ ਵਰਲਡ ਫਸਟ ਮਾਈਕਰੋ ਕੰਪਿਊਟਰ ਦੈਟ ਯੂਜ਼ਡ ਇੰਟੈਲ 80386 ਮਾਈਕਰੋ ਪ੍ਰੋਸੈਸਰ ਚਿਪ। ਇਹ ਇੰਟੈਲ ਦੀਆਂ ਚਿਪ ਨੇ, ਜਿਵੇਂ ਆਪਾਂ ਕਹਿ ਦਈਏ ਵੀ 80386 ਨੂੰ i386 ਵੀ ਕਿਹਾ ਜਾਂਦਾ, ਜਸਟ 386 ਵੀ 32 ਬਿਟ ਥਰਡ ਜਨਰੇਸ਼ਨ ਮਾਈਕਰੋ ਪ੍ਰੋਸੈਸਰ ਸੀਗਾ, 1985 ਚ ਬਣਿਆ ਸੀ ਇਹ। ਜਿਹੜਾ i484 ਹੈ ਫੋਰਥ ਜਨਰੇਸ਼ਨ ਪ੍ਰੋਸੈਸਰ ਹੈ। ਅੱਜ ਕੱਲ ਆਪਣੇ ਕੋਲੇ i5, i3, i5 ਤੇ i7 ਤੇ i9 ਪ੍ਰੋਸੈਸਰ ਚੱਲ ਰਹੇ ਨੇ ਇੰਟੈਲ ਦੇ। ਤਾਂ ਇਹਦੇ ਤੇ ਜਿਹੜਾ ਮੇਨ ਸੀਗਾ ਡੈਸਕ ਪ੍ਰੋ 386 ਤੇ ਇਹ ਚੱਲਿਆ ਸੀ ਪ੍ਰੋਸੈਸਰ, ਸੀ ਆਨਸਰ ਹੈ। ਅਗਲਾ ਕੁਐਸਚਨ ਕਹਿੰਦਾ ਵਾਟ ਇਜ਼ ਦਾ ਨੇਮ ਆਫ ਦਾ ਹਾਰਡਵੇਅਰ ਐਂਡ ਸੌਫਟਵੇਅਰ ਪੈਕੇਜ ਦੈਟ ਇਜ਼ ਰੈਡੀ ਫॉर ਯੂਜ਼ ਐਜ਼ ਸੂਨ ਐਜ਼ ਇਟ ਇੰਸਟਾਲਡ। ਜਿਹੜਾ ਕਹਿੰਦਾ ਇੰਸਟਾਲ ਕਰਿਆ ਨਾਲ ਦੀ ਨਾਲ ਚੱਲ ਪਿਆ, ਉਹਨੂੰ ਕੀ ਬੋਲਦੇ ਆ ਆਪਾਂ? ਟਰਨ ਕੀ ਕੰਪਿਊਟਰ ਸਿਸਟਮ। ਠੀਕ ਹੈ, ਯਾਦ ਰੱਖਣਾ ਟਰਨ ਕੀ ਕੰਪਿਊਟਰ ਸਿਸਟਮ ਕੀ ਹੁੰਦਾ, ਇਹ ਸਾਰਾ ਪੜ੍ਹ ਲਿਓ ਤੁਸੀਂ। ਦੈਟ ਹੈਜ਼ ਬੀਨ ਕਸਟਮਾਈਜ਼ਡ ਫॉर ਏ ਪਰਟੀਕੂਲਰ ਐਪਲੀਕੇਸ਼ਨ, ਕਿਸੇ ਪਰਟੀਕੂਲਰ ਐਪਲੀਕੇਸ਼ਨ ਦੇ ਲਈ ਹੁੰਦਾ। The term derived from the idea that end user can just turn on the key and the system is ready to go। ਜਿਵੇਂ ਆਪਾਂ ਆਈਫੋਨ 'ਚ ਕਹਿੰਦੇ ਆ, ਜਦੋਂ ਚਲਾਇਆ ਨਾਲ ਦੀ ਨਾਲ ਚੱਲ ਪਿਆ। ਆਈਫੋਨ ਦੀ ਮੈਕਬੁੱਕ ਹੈ, ਨਾਲ ਦੀ ਨਾਲ ਚੱਲ ਪਿਆ। ਤਾਂ ਉਸ ਵਾਲੇ ਸਿਸਟਮ ਨੂੰ ਉਵੇਂ ਦੇ ਸਪੈਸੀਫਿਕ ਰਿਕੁਆਇਰਮੈਂਟ ਦੇ ਹਿਸਾਬ ਨਾਲ ਬਣਾਏ ਜਾਂਦੇ ਨੇ, ਉਹਨਾਂ ਨੂੰ ਆਪਾਂ ਟਰਨ ਕੀ ਸਿਸਟਮ ਬੋਲਦੇ ਆ। ਤਾਂ ਸੀ ਆਨਸਰ ਹੈ। ਅਗਲਾ ਹੂ ਇਜ਼ ਦੀ ਫਾਦਰ ਆਫ ਇੰਟਰਨੈਟ। ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਬਿਲ ਗੇਟ ਸੀਗਾ ਜਿਹੜਾ, ਇਹ ਸੀਗਾ ਵਿੰਡੋ ਦਾ ਫਾਦਰ, ਮਾਈਕਰੋਸਾਫਟ ਦਾ। ਵਿੰਡੋ ਬਣਾਈ ਸੀ। ਟਿਮ ਬਰਨਰ ਲੀ ਆਪਾਂ ਨੂੰ ਪਤਾ ਹੈ ਵਰਲਡ ਵਾਈਡ ਵੈਬ ਬਰਾਊਜ਼ਰ ਤੇ ਵਰਲਡ ਵਾਈਡ ਵੈਬ ਕੰਟੇਨਰ ਬਣਾਇਆ ਸੀ। ਜਿਹੜਾ ਸਟੀਵ ਜੌਬ ਹੈ ਇਹ ਐਪਲ ਦਾ ਫਾਊਂਡਰ ਹੈ ਆਈਫੋਨ ਵਾਲਾ, ਤੇ ਵਿੰਟ ਸਰਫ ਇਹਦਾ ਆਨਸਰ ਹੈ ਇੰਟਰਨੈਟ ਦਾ। ਠੀਕ ਹੈ, ਯਾਦ ਰੱਖਣਾ ਹੈ। ਅਗਲਾ ਕੁਐਸਚਨ ਵਿਚ ਵਨ ਆਫ ਦੀ ਫੋਲੋਇੰਗ ਇਜ਼ ਟਰਮਡ ਐਜ਼ ਕੰਬੀਨੇਸ਼ਨ ਆਫ ਇਨਪੁਟ ਐਂਡ ਆਊਟਪੁੱਟ ਡਿਵਾਈਸ। ਕਹਿੰਦਾ ਹੇਠ ਲਿਖਿਆਂ ਚੋਂ ਕਿਹੜੇ ਇਨਪੁਟ ਤੇ ਆਊਟਪੁੱਟ ਐਕਟ ਕਰਦੇ ਨੇ? ਕੀਬੋਰਡ ਹੈ ਜਿਹੜਾ ਇਕੱਲਾ ਹੀ ਇਨਪੁੱਟ ਹੁੰਦਾ, ਪ੍ਰਿੰਟਰ ਵੀ ਇਕੱਲਾ ਆਊਟਪੁੱਟ ਹੁੰਦਾ ਹੈ, ਲੇਜ਼ਰ ਜੈਟ ਵੀ ਪ੍ਰਿੰਟਰ ਦੀ ਟਾਈਪ ਆਊਟਪੁੱਟ ਹੁੰਦਾ, ਤਾਂ VDU ਜਾਂ BDT ਵੀ ਬੋਲਿਆ ਜਾਂਦਾ, ਵਿਜ਼ੂਅਲ ਡਿਸਪਲੇ ਟਰਮੀਨਲ ਜਾਂ ਵੀਡੀਓ ਡਿਸਪਲੇ ਟਰਮੀਨਲ ਜਾਂ ਵੀਡੀਓ ਡਿਸਪਲੇ ਯੂਨਿਟ ਵੀ ਕਿਹਾ ਜਾਂਦਾ BDU। ਠੀਕ ਹੈ, ਸੋ ਇਹ ਸਕਰੀਨ ਹੀ ਹੁੰਦੀ ਹੈ, ਕੰਪਿਊਟਰ ਸਕਰੀਨ ਹੁੰਦੀ ਹੈ ਜਿਹੜੀ ਕਿਤੇ ਬਾਹਰ ਇੰਸਟੀਟਿਊਟ ਦੇ ਵਿੱਚ ਜਾਂ ਹਸਪੀਟਲ ਦੇ ਵਿੱਚ ਲੱਗੀ ਹੁੰਦੀ ਹੈ। ਜੇ ਇਹ ਟੱਚ ਸਕਰੀਨ ਹੈ ਤਾਂ ਇਹ ਇਨਪੁਟ ਐਜ਼ ਵੈਲ ਐਜ਼ ਆਊਟਪੁੱਟ ਐਕਟ ਕਰਦੀ ਹੈ, ਤਾਂ ਆਨਸਰ ਕੀ ਹੈ? BDU। ਠੀਕ ਹੈ,
ਨੈਕਸਟ ਕੁਐਸਚਨ ਹੈਗਾ ਵਿਚ ਆਫ ਦੀ ਫੋਲੋਇੰਗ ਇਜ਼ ਨॉन ਇੰਪੈਕਟ ਪ੍ਰਿੰਟਰ। ਦੇਖੋ ਪ੍ਰਿੰਟਰ ਦੇ ਵੀ ਬਹੁਤ ਇੰਪੋਰਟੈਂਟ ਕੁਐਸਚਨ ਨੇ, ਇਹਦੇ ਆਪਾਂ ਕਰ ਲੈਂਦੇ ਆ। ਪ੍ਰਿੰਟਰ ਜਿਹੜੇ ਹੁੰਦੇ ਨੇ ਬੇਸਿਕਲੀ ਪ੍ਰਿੰਟਰ ਤਿੰਨ ਤਰ੍ਹਾਂ ਦੇ ਹੁੰਦੇ ਨੇ, ਕਰੈਕਟਰ ਪ੍ਰਿੰਟਰ, ਲਾਈਨ ਪ੍ਰਿੰਟਰ ਤੇ ਪੇਜ ਪ੍ਰਿੰਟਰ। ਕਰੈਕਟਰ ਪ੍ਰਿੰਟਰ ਦੇ ਵਿੱਚ ਕਿਹੜੇ ਪ੍ਰਿੰਟਰ ਹੁੰਦੇ ਨੇ? ਡਾਟ ਮੈਟ੍ਰਿਕਸ, ਡੇਜ਼ੀ ਵੀਲ, ਥਰਮਲ ਤੇ ਇੰਕਜੈਟ। ਤਾਂ ਇਹਦੀ ਸਪੀਡ ਮੈਜ਼ਰ ਕਰਾਂਗੇ ਆਪਾਂ ਕਰੈਕਟਰ ਪਰ ਮਿੰਟ। ਉਵੇਂ ਹੀ ਲੇਜ਼ਰ ਦੇ ਵਿੱਚ ਡਰਮ ਪ੍ਰਿੰਟਰ ਤੇ ਚੇਨ ਪ੍ਰਿੰਟਰ, ਸਪੀਡ ਇਹਦੀ ਆਪਾਂ ਲਾਈਨ ਪਰ ਮਿੰਟ। ਪੇਜ ਪ੍ਰਿੰਟਰ ਦੇ ਵਿੱਚ ਲੇਜ਼ਰ ਪ੍ਰਿੰਟਰ ਤੇ ਮੈਗਨੈਟਿਕ ਆ ਜਾਂਦੇ ਨੇ, ਤਾਂ ਇਹਦੀ ਸਪੀਡ ਹੁੰਦੀ ਹੈ ਪੇਜਸ ਪਰ ਮਿੰਟ। ਠੀਕ ਆ, ਤਾਂ ਇੱਕ ਦੋ ਟਾਈਪ ਦੇ ਵਿੱਚ ਹੋਰ ਡਿਵਾਈਡ ਕਰ ਸਕਦੇ ਆਪਾਂ, ਇੰਪੈਕਟ ਪ੍ਰਿੰਟਰ ਤੇ ਨॉन ਇੰਪੈਕਟ। ਇੰਪੈਕਟ ਜਿਹੜੇ ਹੁੰਦੇ ਨੇ ਫਰਦਰ ਦੋ ਟਾਈਪ ਦੇ ਨੇ, ਡੇਜ਼ੀ ਵੀਲ ਤੇ ਡਾਟ ਮੈਟ੍ਰਿਕਸ, ਹਨਾ, ਤੇ ਸੌਰੀ ਤਿੰਨ ਤਰ੍ਹਾਂ ਦੇ, ਇੱਕ ਲਾਈਨ ਪ੍ਰਿੰਟਰ। ਨॉन ਇੰਪੈਕਟ ਦੇ ਵਿੱਚ ਇੰਕਜੈਟ, ਥਰਮਲ ਤੇ ਤੀਸਰਾ ਹੁੰਦਾ ਲੇਜ਼ਰ ਪ੍ਰਿੰਟਰ। ਠੀਕ ਹੈ, ਲਾਈਨ ਪ੍ਰਿੰਟਰ ਫਰਦਰ ਦੋ ਤਰ੍ਹਾਂ ਦੇ ਨੇ, ਡਰਮ ਪ੍ਰਿੰਟਰ ਤੇ ਚੇਨ ਪ੍ਰਿੰਟਰ। ਤੇ ਫਾਸਟੈਸਟ ਪ੍ਰਿੰਟਰ ਦੀ ਜੇ ਆਪਾਂ ਗੱਲ ਕਰਾਂਗੇ ਤਾਂ ਲੇਜ਼ਰ ਪ੍ਰਿੰਟਰ ਇਜ਼ ਫਾਸਟੈਸਟ ਪ੍ਰਿੰਟਰ। ਤਾਂ ਇਹ ਕੁਐਸਚਨ ਪੁੱਛਿਆ ਜਾ ਸਕਦਾ ਫਾਸਟੈਸਟ ਪ੍ਰਿੰਟਰ ਕਿਹੜਾ ਹੈ? ਲੇਜ਼ਰ ਪ੍ਰਿੰਟਰ। ਹੁਣ ਇਹ ਵੀ ਪੁੱਛ ਸਕਦਾ ਇੰਪੈਕਟ ਤੇ ਨॉन ਇੰਪੈਕਟ, ਤਾਂ ਉਹ ਵਾਲਾ ਪ੍ਰਿੰਟਰ ਜਿਹਦਾ ਪੇਜ ਪ੍ਰਿੰਟਿੰਗ ਡਰਮ ਦੇ ਨਾਲ ਜੁੜੇ ਉਹਨੂੰ ਆਪਾਂ ਬੋਲਦੇ ਹਾਂ ਇੰਪੈਕਟ ਪ੍ਰਿੰਟਰ। ਜਿਹਦਾ ਪ੍ਰਿੰਟਿੰਗ ਪੇਜ ਹੁੰਦਾ ਉਹ ਵਾਲੇ ਜਿਹੜਾ ਪ੍ਰਿੰਟ ਕਰਦਾ ਪ੍ਰਿੰਟਿੰਗ ਮੈਕੈਨਿਜ਼ਮ ਦੇ ਨਾਲ ਨਾ ਜੁੜੇ ਉਹਨੂੰ ਆਪਾਂ ਬੋਲਦੇ ਹਾਂ ਨॉन ਇੰਪੈਕਟ ਪ੍ਰਿੰਟਰ। ਤਾਂ ਜਿਵੇਂ ਲਾਈਨ ਦੀਆਂ ਡਰਮ ਤੇ ਚੇਨ ਇੰਪੈਕਟ ਪ੍ਰਿੰਟਰ ਹੀ ਨੇ। ਤਾਂ ਇਹਦੇ ਵਿੱਚ ਪੁੱਛਿਆ ਆਪਾਂ ਨੂੰ ਕੀ ਹੈ? ਵਿਚ ਆਫ ਦੀ ਫੋਲੋਇੰਗ ਇਜ਼ ਨॉन ਇੰਪੈਕਟ ਪ੍ਰਿੰਟਰ। ਨॉन ਇੰਪੈਕਟ ਪ੍ਰਿੰਟਰ ਹੈ ਜਿਵੇਂ, ਹਨਾ, ਇਜ਼ ਨॉन ਇੰਪੈਕਟ ਪ੍ਰਿੰਟਰ। ਤਾਂ ਸਿੰਪਲ ਆਪਾਂ ਨੂੰ ਪਤਾ ਲੇਜ਼ਰ ਪ੍ਰਿੰਟਰ। ਗਲਤ ਹੋ ਗਿਆ ਲੱਗਦਾ। ਵਿਚ ਆਫ ਦੀ ਫੋਲੋਇੰਗ ਇਜ਼ ਨॉन ਇੰਪੈਕਟ ਪ੍ਰਿੰਟਰ। ਪਿੱਛੇ ਕਰਕੇ ਦੇਖ ਲਾਂ, ਨੋਟ ਮੈਨੂੰ ਲੱਗਦਾ ਮਿਸ ਹੋ ਗਿਆ। ਵਿਚ ਆਫ ਦੀ ਫੋਲੋਇੰਗ ਇਜ਼ ਏ ਨॉन ਇੰਪੈਕਟ ਪ੍ਰਿੰਟਰ। ਲੇਜ਼ਰ ਤਾਂ ਹੈਗਾ ਹੀ ਨॉन ਇੰਪੈਕਟ ਆ। ਜਿਹੜੇ ਬਾਕੀ ਦੇ ਨੇ ਡਰਮ ਪ੍ਰਿੰਟਰ, ਇਹ ਵੀ ਇੰਪੈਕਟ ਪ੍ਰਿੰਟਰ ਆ, ਤੇ ਲਾਈਨ ਪ੍ਰਿੰਟਰ ਵੀ ਇੰਪੈਕਟ ਪ੍ਰਿੰਟਰ ਆ। ਦੇਖੋ ਲਾਈਨ ਦੇ ਵਿੱਚ ਤਾਂ ਦੋਨੋਂ ਹੀ ਆ ਗਏ। ਤੇ ਚੇਨ ਪ੍ਰਿੰਟਰ ਆ ਦੇਖੋ, ਆਹ ਤਿੰਨ ਪਾ ਤੇ ਇਹ ਹੈਗੇ ਨੇ ਇੰਪੈਕਟ, ਇਹ ਹੈਗਾ ਨॉन। ਵਿਚ ਆਫ ਦੀ ਫੋਲੋਇੰਗ ਇਜ਼ ਨॉट ਏ ਨॉन ਇੰਪੈਕਟ ਪ੍ਰਿੰਟਰ। ਐਂ ਤਾਂ ਨਹੀਂ ਪੁੱਛ ਲਿਆ, ਮੈਨੂੰ ਆਪ ਹੀ ਉਲਝ ਗਿਆ ਮੈਂ ਯਾਰ। ਵਿਚ ਆਫ ਦਾ ਫੋਲੋਇੰਗ ਇਜ਼ ਏ ਨੋ, ਹਾਂ ਠੀਕ ਹੈ, ਮੈਂ ਹੀ ਕਨਫਿਊਜ਼ ਹੋ ਗਿਆ, ਸੌਰੀ। ਵਿਚ ਆਫ ਦਾ ਫੋਲੋਇੰਗ ਇਜ਼ ਏ ਨॉन ਇੰਪੈਕਟ ਪ੍ਰਿੰਟਰ। ਤਾਂ ਆਹ ਵਾਲਾ ਜਿਹੜਾ ਹੈਗਾ ਆਹ ਨॉन ਇੰਪੈਕਟ ਪ੍ਰਿੰਟਰ ਲੇਜ਼ਰ ਹੀ ਹੈ, ਇੰਪੈਕਟ ਪ੍ਰਿੰਟਰ ਨੇ। ਬਾਕੀ ਸਾਰੇ ਜਿਹੜੇ ਹੈਗੇ ਨੇ ਇੰਪੈਕਟ ਪ੍ਰਿੰਟਰ ਨੇ। ਸੋ ਮੈਨੂੰ ਲੱਗਦਾ ਤੁਸੀਂ ਵੀ ਉੱਥੇ ਕਨਫਿਊਜ਼ ਨਹੀਂ ਹੋਣਾ ਇਸ ਚੀਜ਼ ਦੇ ਲਈ, ਹਨਾ। ਸੋ ਡੈਮੋ ਤੁਹਾਡੇ ਸਾਹਮਣੇ, ਨਾਲੇ ਮੈਨੂੰ ਆਨਸਰ ਪਤਾ ਸੀ, ਨਾਲੇ ਮੈਂ ਥਿਊਰੀ ਪੜ੍ਹੀ ਹੋਈ ਹੈ। ਜੇ ਮੈਂ ਕਨਫਿਊਜ਼ ਹੋ ਸਕਦਾ, ਤੁਸੀਂ ਵੀ ਹੋ ਸਕਦੇ ਹੋ, ਤਾਂ ਕੋਈ ਵੀ ਹੋ ਸਕਦਾ। ਤਾਂ ਚੀਜ਼ ਨੂੰ ਕਲੀਅਰ ਇਹ ਡਾਇਗਰਾਮਾਂ ਵਾਰੀ ਬਣਾ ਕੇ ਦੇਖਿਓ, ਫਿਰ ਤੁਹਾਨੂੰ ਯਾਦ ਹੋ ਜਾਣਗੀਆਂ। ਮੇਨ ਦੇਖੋ ਮੈਂ ਇੱਥੇ ਨੋਟ ਉਹੀ ਲਾਤਾ, ਨੋਟ ਨਹੀਂ ਆਊਗਾ। ਉਹ ਪੁੱਛਦਾ ਸਹੀ ਰਿਹਾ, ਮੇਰਾ ਦਿਮਾਗ ਨਹੀਂ ਕੰਮ ਕਰ ਰਿਹਾ ਸੀ। ਠੀਕ ਹੈ, ਤਾਂ ਤੁਸੀਂ ਆਪਾਂ ਉੱਥੇ ਐਕਟਿਵ ਹੋ ਕੇ ਕੰਮ ਕਰਨਾ, ਘਬਰਾਉਣਾ ਨਹੀਂ। ਦੇਖੋ ਮੈਂ ਤਾਂ ਘਬਰਾ ਨਹੀਂ ਰਿਹਾ ਸੀ। ਇਹ ਜੇ ਘਬਰਾਹਟ ਦੇ ਨਾਲ ਵੀ ਸਾਡਾ ਕਹਿ ਲਓ ਵੀ ਪੂਰੀ ਤਰ੍ਹਾਂ ਨਾਲ ਅਸੀਂ ਐਕਟਿਵ ਨਹੀਂ ਹੈਗੇ, ਫਿਰ ਵੀ ਸਾਡਾ ਦਿਮਾਗ ਕੰਮ ਕਰਨੋਂ ਹਟ ਜਾਂਦਾ। ਠੀਕ ਹੈ, ਸੋ ਖਿਆਲ ਰੱਖਣਾ ਇਸ ਚੀਜ਼ ਦਾ। ਅਗਲਾ ਕੁਐਸਚਨ ਹੈ, A computer program that translate one program instruction at a time into machine language is called। ਤਾਂ ਇਹ ਬੜਾ ਵਧੀਆ ਕੁਐਸਚਨ ਹੈ। ਕਹਿੰਦਾ ਜਿਹੜਾ ਕੰਪਿਊਟਰ ਪ੍ਰੋਗਰਾਮ ਹੁੰਦਾ, ਕਹਿੰਦਾ ਵਨ ਪ੍ਰੋਗਰਾਮ ਨੂੰ ਇੰਸਟਰਕਸ਼ਨ ਨੂੰ ਐਟ ਏ ਟਾਈਮ ਤੇ ਟਰਾਂਸਲੇਟ ਕਰਦਾ। ਹੁੰਦੇ ਤਾਂ ਇਹ ਟਰਾਂਸਲੇਟਰ ਹੀ ਨੇ ਜਿਹੜੇ ਆਪਾਂ ਪੜ੍ਹ ਕੇ ਗਏ ਆ, ਤਿੰਨ ਤਰ੍ਹਾਂ ਦੇ, ਕੰਪਾਈਲਰ, ਇੰਟਰਪ੍ਰੀਟਰ ਤੇ ਅਸੈਂਬਲਰ। ਠੀਕ ਹੈ, ਤਾਂ ਇਹਦੇ ਵਿੱਚੋਂ ਕੰਪਾਈਲਰ ਜਿਹੜਾ ਹੁੰਦਾ ਉਹ ਕਰ ਦਿੰਦਾ ਐਂਟਾਇਰ ਪ੍ਰੋਗਰਾਮ ਨੂੰ, ਸਾਰਾ ਪ੍ਰੋਗਰਾਮ ਚੱਕਿਆ ਇਕੱਠਾ ਹੀ ਉਹਨੇ ਲੋ ਲੈਵਲ ਲੈਂਗੁਏਜ ਕਨਵਰਟ ਕਰਤਾ। ਜਿਹੜਾ ਇੰਟਰਪ੍ਰੀਟਰ ਹੈ ਇਹ ਕੀ ਕਰਦਾ? ਇਹ ਲਾਈਨ ਬਾਏ ਲਾਈਨ ਕਰਦਾ, ਜਾਂ ਤਾਂ ਆਪਾਂ ਕਹਿ ਸਕਦੇ ਹਾਂ 1 ਬਾਏ 1, ਜਾਂ ਆਪਾਂ ਕਹਿ ਸਕਦੇ ਹਾਂ ਲਾਈਨ ਬਾਏ ਲਾਈਨ, ਜਾਂ ਆਪਾਂ ਕਹਿ ਸਕਦੇ ਹਾਂ ਸਟੇਟਮੈਂਟ ਬਾਏ ਸਟੇਟਮੈਂਟ, ਜਾਂ ਆਪਾਂ ਕਹਿ ਸਕਦੇ ਹਾਂ ਇੰਸਟਰਕਸ਼ਨ ਬਾਏ ਇੰਸਟਰਕਸ਼ਨ ਬਾਏ ਇੰਸਟਰਕਸ਼ਨ। ਤਾਂ ਇੰਟਰਪ੍ਰੀਟਰ ਆਈ ਤੋਂ ਯਾਦ ਰੱਖਿਓ, ਜਾਂ 1 ਬਾਏ 1, ਆਈ ਦਾ ਮਤਲਬ ਇੰਟਰਪ੍ਰੀਟਰ, ਆਈ ਦਾ ਮਤਲਬ ਇੰਸਟਰਕਸ਼ਨ ਬਾਏ ਇੰਸਟਰਕਸ਼ਨ, ਜਾਂ ਆਈ ਨੂੰ 1 ਬਣਾ ਲਈਏ 1 ਬਾਏ 1। ਤਾਂ ਇਹ ਪਹਿਲੀ ਲਾਈਨ ਨੂੰ ਚੱਕਦਾ ਫਿਰ ਕਨਵਰਟ ਕਰ ਦਿੰਦਾ। ਤਾਂ ਐਰਰ ਨੇ ਜਿਹੜੇ ਪਿਛਲੇ ਦੇ ਵਿੱਚ ਐਰਰ ਐਂਡ ਤੇ ਡਿਸਪਲੇ ਹੁੰਦੇ ਨੇ, ਸਾਰੇ ਪ੍ਰੋਗਰਾਮ ਨੂੰ ਕਨਵਰਟ ਕਰਨ ਤੋਂ ਬਾਅਦ ਇਹਦੇ ਵਿੱਚ ਪਹਿਲੀ ਲਾਈਨ ਤੋਂ ਬਾਅਦ ਐਰਰ ਡਿਸਪਲੇ ਹੋ ਜਾਂਦੇ ਨੇ। ਤੇ ਜਿਹੜਾ ਅਸੈਂਬਲਰ ਆਹ ਦੇਖੋ, ਆਹ ਅਸੈਂਬਲੀ ਲੈਂਗੁਏਜ ਹੁੰਦੀ ਹੈ। ਆਹ ਸੀਗੀ ਹਾਈ ਲੈਵਲ ਲੈਂਗੁਏਜ, ਸੀ ਲੈਂਗੁਏਜ ਦਾ ਪ੍ਰੋਗਰਾਮ ਸੀ।
ਤੇ ਇਹ ਹੁੰਦੀ ਹੈ ਅਸੈਂਬਲੀ। ਅਸੈਂਬਲਰ ਅਸੈਂਬਲੀ ਨੂੰ ਕਰਦਾ, ਇਹ ਵੀ ਇਕੱਠਾ ਹੀ ਕਰ ਦਿੰਦਾ, ਇਹ ਲਾਈਨ ਬਾਈ ਲਾਈਨ ਨਹੀਂ ਕਰਦਾ, ਇੰਟਾਇਰ ਪ੍ਰੋਗਰਾਮ ਕਰ ਦਿੰਦਾ। ਤਾਂ ਆਹ ਸਾਰੇ ਜਿਹੜੀ ਥਿਊਰੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ, ਜੋ ਮੈਂ ਬੋਲਿਆ ਉਹੀ ਲਿਖਿਆ ਇੱਥੇ। ਤਾਂ ਫਿਰ ਇਹਦਾ ਆਨਸਰ ਕਿਹੜਾ ਆਜੂ? ਤਾਂ ਪੁੱਛ ਰਿਹਾ ਹੈ 1 ਪ੍ਰੋਗਰਾਮ ਇੰਸਟਰਕਸ਼ਨ ਐਟ ਏ ਟਾਈਮ ਦੈਟ ਟਰਾਂਸਲੇਟ 1 ਪ੍ਰੋਗਰਾਮ ਇੰਸਟਰਕਸ਼ਨ, ਜਿਹੜਾ ਇੱਕ ਪ੍ਰੋਗਰਾਮ ਇੰਸਟਰਕਸ਼ਨ ਨੂੰ ਕਰਦਾ। ਤਾਂ ਫਿਰ ਇਹਦਾ ਆਨਸਰ ਇਹੀ ਹੋਣਾ ਚਾਹੀਦਾ, ਇਹ ਆਨਸਰ ਹੈ ਇੰਟਰਪ੍ਰੇਟਰ। ਠੀਕ ਹੈ, ਸੋ ਇਹ ਸੀਗੇ NBS 2016 ਦੇ ਕੁਐਸਚਨ। ਤੇ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਿਆ ਵੀ NBS ਦੇ ਪੇਪਰ ਦੇ ਲਈ ਮੈਂ ਦੁਬਾਰਾ ਦੱਸ ਦਿੰਦਾ। ਤੁਸੀਂ ਇੱਕ ਤਾਂ ਮੈਰਾਥਨ ਦੇਖਣੀਆਂ ਨੇ 2, ਮੈਰਾਥਨ 1, ਮੈਰਾਥਨ 2। ਇਹਦਾ ਲਿੰਕ ਤੁਹਾਨੂੰ ਮਿਲ ਜੂਗਾ ਚੈਨਲ ਤੇ ਜਾ ਕੇ, ਤੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਦੇ ਦੂੰਗਾ। ਤੇ ਦੂਸਰਾ ਤੁਸੀਂ ਗ੍ਰੈਂਡ ਸੀਰੀਜ਼ ਹੈ ਫॉर ਆਲ ਕੰਪੀਟੀਟਿਵ, ਉਹਦੇ ਸਾਰੇ ਚੈਪਟਰ ਵਾਈਜ਼ ਦੇਖ ਸਕਦੇ ਹੋ। ਤੀਸਰਾ ਹੈ ਆਫਿਸ ਪ੍ਰੋਡਕਟਿਵਿਟੀ ਟੂਲ, ਠੀਕ ਹੈ, ਉਹ ਤੁਸੀਂ ਜਾ ਕੇ ਸਾਰੀਆਂ ਵੀਡੀਓ ਦੇਖ ਸਕਦੇ ਹੋ। ਤੇ ਪੇਪਰ ਤੋਂ ਬਾਅਦ ਮੈਨੂੰ ਜਰੂਰ ਦੱਸਿਓ ਵੀ ਪੇਪਰ ਕਿਵੇਂ ਦਾ ਹੋਇਆ। ਤੇ ਜਿਹੜੇ ਸਟੂਡੈਂਟ ਮੇਰੇ ਨਾਲ ਟੱਚ ਦੇ ਵਿੱਚ ਹੈਗੇ ਨੇ, ਤੁਸੀਂ ਮੈਨੂੰ ਮੈਸੇਜ ਜਰੂਰ ਕਰੋ। ਜੇਕਰ ਤੁਹਾਡੇ ਕੋਲੇ ਇਹਦੇ ਤੋਂ ਬਿਨਾ NBS ਦੇ ਕੁਐਸਚਨ ਹੈਗੇ ਨੇ ਤਾਂ ਤੁਸੀਂ ਮੈਨੂੰ ਭੇਜੋ, ਆਪਾਂ ਉਹ ਵੀ ਕਵਰ ਕਰਾ ਦਿਆਂਗੇ। ਠੀਕ ਹੈ, ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ। ਥੈਂਕ ਯੂ।